ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੂਖ ਨਾਮ ਹਰਿ ਸੋਭਾ, ਚਿੰਤਾ ਲਹੇ ਹਮਾਰੀ। ਫਰੀਦਾ ਮੌਤੈ ਦਾ ਬੰਨਾ ਏਵੈ ਦਿਸੈ, ਜਿਉ ਦਰਿਆਵੈ ਢਾਹਾ। ਅੱਗੇ ਦੋਜਕ ਤਪਿਆ ਸੁਣੀਐ, ਹੂਲ ਪਵੈ ਕਾਹਾ। ਇਕ ਨਾਨੋ ਸਭ ਸੋਝੀ ਆਈ, ਇਕ ਫਿਰ ਦੇਵੇ ਪਰਵਾਹ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ, ਸੇ ਦਰਗਹ ਹੋਗਾ। ਬਣਜ ਕਰੋ ਵਣਜਾਰਿਓ, ਵਖਰ ਲਿਓ ਸਮਾਲ। ਤੈਸੀ ਵਸਤ ਵਿਸਾਹੀਐ, ਜੈਸੀ ਨਿਭੈ ਨਾਲ। ਅੱਗੇ ਸਾਹੋ ਸੁਜਾਨ ਹੈ, ਲੈਸੀ ਵਸਤ ਸਮਾਲ। ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵਖਰ ਲੈ ਚਲੋ, ਸਹੁ ਦੇਖੈ ਪਤੀ ਆਏ। ਬੇਸੁਮਾਰ ਅਥਾਹ ਗਨਤ ਅਤੁਲੈ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਅਜਾਪੋਗੰਤ ਕੰਦ ਮੂਲੰ, ਬਸੰਤੇ ਸਮੀਪ ਕਹਿਰਹ। ਅਜਾਪੋਗੰਤ ਕੰਦ ਮੂਲੰ, ਬਸੰਤੇ ਸਮੀਪ ਕਹਿਰਹ। ਤਤਰ ਗਤੇ ਸੰਸਾਰਹ ਨਾਨਕ, ਸੋਗ ਹਰਖੰ ਵਿਆਪਤੇ। ਤਤਰ ਗਤੇ ਸੰਸਾਰਹ ਨਾਨਕ, ਸੋਗ ਹਰਖੰ ਵਿਆਪਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਦਇਆ ਨਿਧ ਕਿਰਪਾ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਾਮਤ ਹੈ, ਦਇਆ ਬਖਸ਼ਿਸ਼ ਹੈ, ਜੋ ਸਾਨੂੰ ਸਤਿਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਸੰਗਤ ਰੂਪ ਦੁਆਰਾ ਬਾਣੀ ਕੇ ਨਿਰਮਲ ਉਪਦੇਸ਼ ਦੇ ਅਭਿਆਸ ਨਾਲ ਆਪਣੇ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਕਰਨ ਦਾ, ਆਤਮਿਕ ਤਲ ਦੇ ਜੀਵਨ ਜਿਉਣ ਦੀ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਆਪ ਸਭ ਗੁਰਸਿੱਖ ਸਤਸੰਗੀ ਜਨ ਸਤਸੰਗਤ ਰੂਪ ਵਿੱਚ ਜੁੜ ਬੈਠ ਕੇ ਗੁਰੂ ਕੀ ਬਾਣੀ ਦੇ ਅਭਿਆਸ ਦੁਆਰਾ
ਆਪਣੇ ਮਨੁੱਖਾ ਜਨਮ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹੋ, ਸਤਿਗੁਰੂ ਸਾਹਿਬ ਜੀ ਬਾਣੀ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ। ਭਾਈ ਰੇ ਇਹੋ ਸਿਰ ਜਾਣੋ ਕਾਲ, ਜੋ ਮੱਛੀ ਤਿਉ ਮਾਨਸਾ ਪਵੈ ਅਚਿੰਤਾ ਜਾਲ। ਜੀਵਨ ਅਸਥਿਰਤਾ ਦੇ ਨਾਲ ਭਰਪੂਰ ਹੈ। ਜੀਵਨ ਆਪਣੇ ਆਪ ਦੇ ਵਿੱਚ ਅਮੋਲਕ ਹੁੰਦਿਆਂ ਹੋਇਆਂ ਵੀ ਇਤਨਾ ਹਲਕਾ ਹੈ, ਇਤਨਾ ਅਰਥਹੀਣ ਹੈ, ਇਤਨਾ ਕੱਚਾ ਹੈ ਕਿ ਜਿਵੇਂ ਕਾਗਜ਼ ਦੇ ਉੱਪਰ ਬੂੰਦ ਪੈਂਦਿਆਂ ਬਿਨਸਣ ਲੱਗਿਆਂ ਦੇਰ ਨਹੀਂ ਲੱਗਦੀ, ਉਸੇ ਪ੍ਰਕਾਰ ਮਨੁੱਖਾ ਜੀਵਨ ਜਿੱਥੇ ਆਪਣੇ ਹੋਰ ਪੱਖਾਂ ਕਰਕੇ ਬੜਾ ਅਮੋਲਕ ਹੈ, ਉੱਥੇ ਅਤ ਕੱਚਾ ਵੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਭਾਈ ਰੇ ਇਹੋ ਸਿਰ ਜਾਣੋ ਕਾਲ। ਕਾਲ ਦੀ ਚੋਟ, ਕਾਲ ਦੀ ਮਾਰ, ਕਾਲ ਦਾ ਪ੍ਰਭਾਵ ਜਿਹੜਾ ਇਸ ਕਾਇਆ ਨੂੰ ਗ੍ਰਸਦਾ ਹੈ ਅਜਗਰ ਰੂਪ ਹੋ ਕੇ, ਉਹ ਬਹੁਤੀ ਦੂਰ ਨਹੀਂ ਹੈ। ਉਹ ਕਿਸ ਤਰ੍ਹਾਂ ਦਾ ਹੈ? ਜਿਉਂ ਮੱਛੀ ਤਿਉ ਮਾਨਸ। ਜਿਵੇਂ ਸਾਗਰ ਸਮੁੰਦਰ ਵਿੱਚ ਮੱਛੀ ਹੈ, ਛੱਪੜ ਦੇ ਵਿੱਚ ਹੈ, ਤਾਂ ਕਿਤਨੀ ਕੁ ਦੂਰ ਤੱਕ ਆਪਣਾ ਯਤਨ, ਆਪਣੀ ਦੌੜ ਭੱਜ ਕਰ ਲਏਗੀ, ਆਖਰ ਨੂੰ ਕਦੇ ਨਾ ਕਦੇ ਤਾਂ ਸ਼ਿਕਾਰੀ ਦੀ ਕੁੰਡੀ ਦੇ ਵਿੱਚ ਉਹਦਾ ਫਸਣਾ ਹੋਏਗਾ। ਇਸ ਕਰਕੇ ਕਾਲ ਦੀ ਚੋਟ ਨੂੰ ਸਦੀਵ ਆਪਣੀ ਸਿਮਰਤੀ ਦੇ ਅੰਦਰ ਵਸਾ ਕੇ ਇਹਦਾ ਅਭਿਆਸ ਕਰਦੇ ਰਹੋ, ਤਾਂ ਕਿ ਜਦੋਂ ਕਾਲ ਦੀ ਚੋਟ ਸਿਰ ਉੱਪਰ ਪਵੇ ਤਾਂ ਇਹਦੇ ਭੈ ਤੋਂ ਤੁਹਾਡੀ ਮੁਕਤੀ ਹੋ ਸਕੇ। ਸੋ ਸਤਸੰਗਤ ਰੂਪ ਦੇ ਵਿੱਚ, ਕਿਉਂਕਿ ਗੁਰਬਾਣੀ ਦਾ ਪਾਵਨ ਵਾਕ ਹੈ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਕਿ ਜੇ ਮਨੁੱਖ ਆਪਣੇ ਆਤਮਿਕ ਜੀਵਨ ਦਾ ਯਤਨ ਕਰ ਲਏ ਤਾਂ ਇਹ ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਫਿਰ ਉਹਦਾ ਜਿਉਣਾ ਸਭ ਪ੍ਰਕਾਰ ਕਰਕੇ ਸਹਿਜ ਹੋ ਜਾਂਦਾ। ਸਤਿਗੁਰੂ ਕਿਰਪਾ ਕਰੇ ਐਸੇ ਭਾਵ ਸਾਡੇ ਸਾਰਿਆਂ ਦੇ ਮਨਾਂ ਅੰਦਰ ਸਜਗ ਰਹਿਣ ਜੀ। ਲੜੀਵਾਰ ਗੁਰ ਸ਼ਬਦ ਵਿਚਾਰ ਪਾਵਨ ਬਾਣੀ ਦੀ ਵਿਆਖਿਆ ਨਾਲ ਜੁੜਨ ਦਾ ਯਤਨ ਕਰੀਏ ਜੀ। ਸ਼ਬਦ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਜਾਪ ਓਗੰਤ ਕੰਦ ਮੂਲੰ, ਬਸੰਤੇ ਸਮੀਪ ਕਹਿ ਰਹ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ, ਤਿਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਬਾਣੀ ਸ਼ਲੋਕ ਸੰਸਕ੍ਰਿਤੀ ਦੇ ਲੜੀਵਾਰ ਸ਼ਲੋਕਾਂ ਦੀ ਆਪ ਦੀ ਵਿਆਖਿਆ ਸ਼ਰਵਣ ਕਰ ਰਹੇ ਹੋ। ਲੜੀਵਾਰ ਵਿਆਖਿਆ ਦੇ ਅੰਤਰਗਤ ਕੱਲ੍ਹ ਵਾਲੇ ਸ਼ਲੋਕਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਧ ਪੁਰਖਾਂ ਦੇ 6 ਲੱਖਣ ਸਮਝਾ ਕੇ ਸਾਨੂੰ ਉਹਨਾਂ ਦੀ ਮਹੱਤਤਾ, ਉਹਨਾਂ ਦਾ ਜੀਵਨ 'ਚ ਕੀ ਪ੍ਰਭਾਵ ਹੈ ਅਤੇ ਉਹਨਾਂ ਗੁਣਾਂ ਨੂੰ ਸੰਗ੍ਰਹਿਤ ਕਰਨ ਦੇ ਨਾਲ ਮਨੁੱਖ ਸਾਧਕ ਕਿਵੇਂ ਬਣਦਾ ਹੈ, ਇਸ ਦਾ ਭਰਪੂਰ ਵਿਸਥਾਰਤ ਉਪਦੇਸ਼ ਬਖਸ਼ਿਸ਼ ਕਰਕੇ ਨਿਵਾਜਿਆ ਸੀ। ਅੱਜ ਵਾਲੇ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਜੀ ਸਾਡੇ ਜੀਵਨ ਦੀ ਅਸਲੀਅਤ ਸਾਡੇ ਸਨਮੁਖ ਰੱਖਦਿਆਂ ਹੋਇਆਂ ਬਖਸ਼ਿਸ਼ ਕਰਦੇ ਹਨ। ਅਜਾਪ ਓਗੰਤ ਕੰਦ ਮੂਲੰ, ਬਸੰਤੇ ਸਮੀਪ ਕਹਿ ਰਹ। ਜਿੱਥੇ ਜਦੋਂ ਮਨੁੱਖ ਦੀ ਜ਼ਿੰਦਗੀ ਦੀ ਵਿਚਾਰ ਕੀਤੀ ਜਾਏ ਤਾਂ ਜਨਮ ਅਤੇ ਮ੍ਰਿਤੂ ਦੇ ਸਮੇਂ ਵਿੱਚ ਜਿਹੜਾ ਸਮਾਂ ਹੈ ਉਸ ਨੂੰ ਜੀਵਨ ਆਖਿਆ ਜਾਂਦਾ ਹੈ। ਗਰਭ ਕਾਲ, ਮ੍ਰਿਤੂ ਕਾਲ ਦੇ ਵਿਚਲਾ ਜਿਹੜਾ ਕਾਇਆ ਦਾ ਜੀਵਨ ਹੈ ਉਹਨੂੰ ਜੀਵਨ ਦੀ ਔਧ ਆਖਿਆ ਜਾਂਦਾ ਹੈ। ਪਰ ਇਹ ਜੀਵਨ ਦੀ ਔਧ ਆਪਣੇ ਆਪ ਦੇ ਵਿੱਚ ਅਮੋਲਕ ਵੀ ਹੈ, ਆਪਣੇ ਆਪ ਦੇ ਵਿੱਚ ਥਿਰ ਵੀ ਹੈ, ਪਰ ਇਹਦੀ ਥਿਰਤਾ ਨੂੰ ਕਿਸੇ ਨੇਮ ਦੇ ਵਿੱਚ ਨਹੀਂ ਬੱਝਿਆ ਹੋਇਆ। ਇਹਦੀ ਥਿਰਤਾ ਕਿਸੇ ਖਾਸ ਸਮੇਂ ਸੀਮਾ ਦੇ ਵਿੱਚ ਨਿਸ਼ਚਿਤ ਨਹੀਂ ਹੈ। ਇਹਦੀ ਕੱਚੇ ਹੋਣ ਦਾ, ਛਿਣ ਭੰਗਰ ਹੋਣ ਦਾ, ਅਸਥਿਰ ਹੋਣ ਦਾ ਇੱਕ ਸਪਸ਼ਟ ਸੰਕੇਤ ਇਹ ਹੈ ਕਿ ਜਿਤਨਾ ਚਿਰ ਸਵਾਸਾਂ ਦੀ ਗਰਦਸ਼ ਦੇਹ ਦੇ ਵਿੱਚ ਹੋ ਰਹੀ ਹੈ, ਉਤਨਾ ਚਿਰ ਦੇਹ ਜਿਉਂਦੀ ਹੈ, ਦੇਹ ਦੇ ਅੰਦਰਲੇ ਭਾਵ ਸੁਜਿੰਦ ਰਹਿੰਦੇ ਨੇ, ਹੋਰ ਸਾਰਾ ਕੁਝ ਜੀਵਨ ਦਾ ਸਿਲਸਿਲਾ ਚੱਲਦਾ ਰਹਿੰਦਾ। ਭਾਵ ਕਿ ਸਾਰੇ ਜੀਵਨ ਦੀ ਗਤੀ ਪ੍ਰਾਣਾਂ 'ਤੇ ਪ੍ਰਾਣਾਂ ਦੀ ਗਤੀ ਆਤਮ ਚੇਤਨਾ ਦੇ ਉੱਪਰ ਟਿਕੀ ਹੋਈ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸ ਦੇ ਦੂਜਾ ਪੱਖ ਜੇ ਇਸ ਜੀਵਨ ਦਾ ਦੇਖੀਏ ਤਾਂ ਉਹ ਕਿਸ ਤਰ੍ਹਾਂ ਦਾ ਹੈ। ਦੁਨੀਆ ਦਾ ਕੋਈ ਵੀ ਐਸਾ ਮਨੁੱਖ ਨਹੀਂ ਹੈ
ਜਿਹੜਾ ਮੌਤ ਦੇ ਸਾਏ ਹੇਠ ਨਹੀਂ ਹੈ, ਜਿਹੜਾ ਕਾਲ ਦੀ ਮਾਰ ਤੋਂ ਬਾਹਰ ਨਹੀਂ ਹੈ, ਜਿਹੜਾ ਮ੍ਰਿਤੂ ਦੇ ਫਾਹੀ ਤੋਂ ਕਿਤੇ ਬਚ ਸਕੇਗਾ, ਦੁਨੀਆ ਦਾ ਕੋਈ ਐਸਾ ਮਨੁੱਖ ਨਹੀਂ ਹੈ। ਤਾਂ ਕਰਕੇ ਗੁਰਬਾਣੀ ਦੇ ਵਿੱਚ ਹੈ, ਜੋ ਉਪਜਿਓ ਸੋ ਬਿਨਸ ਹੈ। ਤਾਂ ਗੁਰੂ ਸਾਹਿਬ ਜੀ ਅੱਜ ਦੇ ਪਾਵਨ ਸ਼ਲੋਕ ਦੁਆਰਾ ਵੀ ਇਸੇ ਨੁਕਤੇ 'ਤੇ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਅਜਾ ਪੋਗੰਤ ਕੰਦ ਮੂਲੰ। ਅਜਾ ਦਾ ਅਰਥ ਹੁੰਦਾ ਬੱਕਰੀ, ਪੋਗੰਤ ਦਾ ਅਰਥ ਹੈ ਖਾਂਦੀ ਹੈ, ਗ੍ਰਹਿਣ ਕਰਦੀ ਹੈ। ਕੰਦ ਮੂਲੰ ਗਾਜਰਾਂ ਕਾ ਆਦਿਕ ਹੋਰ ਜੋ ਖਾਣ ਦੇ ਉਹਦੇ ਸਾਧਨ ਹਨ। ਕਹਿੰਦੇ ਇਸੇ ਪ੍ਰਕਾਰ ਬਸੰਤੇ ਸਮੀਪ ਕਹਿ ਰਹੇ, ਇੱਕ ਪਾਸੇ ਉਹਨੂੰ ਚੰਗੀ ਖੁਰਾਕ ਹੋਰ ਸਾਰੇ ਪਦਾਰਥ ਖਾਣ ਪੁੰਚਣ ਆਦਿਕ ਲਈ ਮਿਲਦੇ ਹਨ, ਦੂਜੇ ਪਾਸੇ ਉਹ ਰਹਿੰਦੀ ਸ਼ੇਰ ਦੇ ਨੇੜੇ ਹੈ। ਹੁਣ ਇਸ ਨੂੰ ਸਰਲ ਜੇ ਵਾਕ ਵਿੱਚ ਕਹਿਣਾ ਹੋਵੇ ਕਿ ਇੱਕ ਪਾਸੇ ਜੀਵਨ ਦੇ ਖਾਣ ਪੀਣ ਦੇ ਰਸ ਭਰਪੂਰ ਮਿਲ ਰਹੇ ਨੇ, ਪਰ ਦੂਜੇ ਪਾਸੇ ਕਾਲ ਦੀ ਮਾਰ ਉਹਦੇ ਹਮੇਸ਼ਾ ਸਿਰ 'ਤੇ ਹੈ। ਕੀ ਪਤਾ ਕਦ ਸ਼ੇਰ ਦਾ ਹਿੰਸਕ ਸੁਭਾਅ ਹੋ ਜਾਵੇ ਅਤੇ ਬੱਕਰੀ ਦਾ ਸਮੁੱਚਾ ਜੀਵਨ ਜਿਹੜਾ ਉਹਨੇ ਖੁਰਾਕ ਖਾ ਕੇ ਸੰਚਿਤ ਕੀਤਾ ਹੈ, ਸ਼ੇਰ ਦੇ ਇੱਕ ਸਮੇਂ ਦਾ ਹੀ ਭੋਜਨ ਬਣ ਸਕੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ, ਮਨੁੱਖ ਦਾ ਜੀਵਨ ਰਸਾਂ ਕਸਾਂ ਦੇ ਨਾਲ ਭਰਪੂਰ ਹੈ, ਪਰ ਇਹਦੇ ਉੱਪਰ ਸਦੀਵ ਸ਼ੇਰ ਰੂਪ ਕਾਲ ਦਾ ਵੀ ਖਤਰਾ ਹੈ। ਹੁਣ ਆਪਣੇ ਜੀਵਨ ਦੇ ਸਮੁੱਚੇ ਸਿਲਸਿਲੇ 'ਤੇ ਜੇ ਮਨੁੱਖ ਝਾਤ ਮਾਰੇ, ਬਚਪਨ ਬੜਾ ਰਸੀਲਾ ਹੁੰਦਾ ਹੈ। ਬਚਪਨ ਦੇ ਵਿੱਚ ਬੇਪਰਵਾਹੀ ਦਾ ਖਜ਼ਾਨਾ ਹਰੇਕ ਮਨੁੱਖ ਦੇ ਕੋਲ ਹੁੰਦਾ ਹੈ। ਸੰਸਾਰ ਦੇ ਕਿਸੇ ਵਿਕਾਰਾਂ ਦੀ, ਸਮਾਜਿਕ ਸੰਸਾਰਿਕ ਜ਼ਿੰਮੇਵਾਰੀਆਂ ਦਾ ਬੋਝ, ਹੋਰ ਬੜੀਆਂ ਗੱਲਾਂ ਮਨੁੱਖ ਨੂੰ ਬਚਪਨ 'ਚ ਨਹੀਂ ਹੁੰਦੀਆਂ। ਤਾਂ ਦੁਨੀਆ ਦਾ ਤਕਰੀਬਨ ਹਰੇਕ ਮਨੁੱਖ ਆਪਣੀ ਬਚਪਨ ਦੀ ਯਾਦ ਨੂੰ ਯਾਦ ਕਰਦਾ। ਤਾਂ ਇਸੇ ਕਰਕੇ ਗੁਰਬਾਣੀ 'ਚ ਵਾਕ ਆਉਂਦਾ, ਖੀਰ ਆਧਾਰ ਬਾਰਿਕ ਜਬ ਹੋਤਾ ਬਿਨ ਖੀਰੈ ਰਹਿਣ ਨਾ ਜਾਈ। ਪਰ ਜੀਵਨ ਦਾ ਸਿਲਸਿਲਾ ਦੇਖਣ 'ਚ ਆਉਂਦਾ ਹੈ ਕਿ ਉਸ ਸਮੇਂ ਦੇ ਵਿੱਚ ਵੀ ਜਦੋਂ ਬਚਪਨ ਦੇ ਵਿੱਚ ਆਪਣੀ ਜ਼ਿੰਦਗੀ ਦੇ ਮਨੁੱਖ ਆਨੰਦ ਮਾਣ ਰਿਹਾ ਹੁੰਦਾ ਹੈ, ਖਾਣ ਪੀਣ ਦੇ, ਖੇਡਣ ਆਦਿਕ ਦੇ, ਹੋਰ ਮਨ ਦੀਆਂ ਮੌਜਾਂ ਮਾਣਨ ਦੇ, ਉਸ ਸਮੇਂ ਦੇ ਵਿੱਚ ਵੀ ਕਾਲ ਦੀ ਚੋਟ ਪੈ ਜਾਂਦੀ। ਗੁਰਬਾਣੀ 'ਚ ਵਾਕ ਹੈ, ਭਰ ਜੋਬਨ ਮਰ ਜਾਹੇ ਕਿ ਕੀਜੈ ਮੇਰਾ ਮੇਰਾ ਕਰ ਰੋ ਬੀਜੈ। ਜਵਾਨੀ ਦੀ ਔਧ ਆਉਂਦੀ ਹੈ, ਬਚਪਨ 'ਚ ਤਾਂ ਬੜਾ ਕੁਝ ਅਚੇਤ ਰਹਿੰਦਾ ਹੈ, ਜਵਾਨੀ 'ਚ ਆ ਕੇ ਵਿਸ਼ਿਆਂ ਵਿਕਾਰਾਂ ਦੇ ਨਾਲ ਨਵੀਂ ਜਾਣ ਪਹਿਚਾਣ ਹੁੰਦੀ ਹੈ। ਦੇਹ ਦੇ ਬਲ ਦਾ ਗਿਆਨ ਹੁੰਦਾ ਹੈ, ਜੀਵਨ ਦੇ ਕੁਝ ਟੀਚੇ, ਜੀਵਨ ਦੇ ਕੁਝ ਮਨੋਰਥ, ਜੀਵਨ ਦੀਆਂ ਕੁਝ ਇੱਛਾਵਾਂ ਨੂੰ ਪੂਰੀਆਂ ਕਰਨ ਦੀ ਮਨ ਦੇ ਅੰਦਰ ਪ੍ਰਬਲ ਚਾਹਤ ਹੁੰਦੀ ਹੈ। ਪਰ ਇਸੇ ਸਮੇਂ ਦੇ ਵਿੱਚ ਵੀ ਨਹੀਂ ਪਤਾ ਕਿ ਜੀਵਨ ਜਵਾਨੀ ਦੀ ਅਵਸਥਾ 'ਤੇ ਆ ਕੇ ਬਿਨਸ ਜਾਏਗਾ। ਇਸ ਕਰਕੇ ਜੀਵਨ ਹਰ ਇੱਕ ਆਪਣੀ ਅਵਸਥਾ ਦੇ ਵਿੱਚ ਭਰਪੂਰ ਹੈ। ਗ੍ਰਸਤ ਦੇ ਤਲ 'ਤੇ ਜਿਉਂ ਰਿਹਾ ਬੰਦਾ, ਕੁਟੰਬ ਦਾ ਸਾਰਾ ਸਿਲਸਿਲਾ ਬਣਿਆ, ਧੀ ਪੁੱਤਰ ਪਰਿਵਾਰ ਸਮਾਜ ਆਦਿਕ ਦਾ ਮੋਹ ਬਣਿਆ, ਤਾਂ ਜੀਵਨ ਇੱਥੇ ਆ ਕੇ ਵੀ ਰਸੀਲਾ ਹੋ ਜਾਂਦਾ। ਭਾਵੇਂ ਗ੍ਰਸਤ ਦੀਆਂ ਚਿੰਤਾਵਾਂ ਵੀ ਆਪਣੇ ਆਪ ਦੇ ਵਿੱਚ ਬੜੀਆਂ ਜਿਹੜੀਆਂ ਹਨ ਵਿਕਰਾਲ ਹੁੰਦੀਆਂ ਨੇ, ਬੜੀਆਂ ਭਾਰੀ ਹੁੰਦੀਆਂ ਨੇ, ਪਰ ਫਿਰ ਵੀ ਪਤਨੀ, ਪਰਿਵਾਰ, ਹੋਰ ਜਿਹੜਾ ਸਮੁੱਚਾ ਆਲਮ ਬਣਦਾ ਹੈ, ਉਹਦੇ ਵਿੱਚ ਮਨੁੱਖ ਦੇ ਜੀਵਨ ਦਾ ਇੱਕ ਟਿਕਾਅ ਬਣਿਆ ਰਹਿੰਦਾ ਹੈ ਕਿ ਉਹਦੀ ਫਿਕਰ ਕਰਨ ਵਾਲਾ, ਉਹਦੇ ਸੰਗ ਬੈਠਣ ਵਾਲਾ, ਹੋਰ ਬੜਾ ਕੁਝ। ਤਾਂ ਇੱਥੇ ਆ ਕੇ ਵੀ ਮਨੁੱਖ ਸਮਝਦਾ ਕਿ ਜ਼ਿੰਦਗੀ ਇੱਥੇ ਵੀ ਬੜੀ ਆਨੰਦ ਭਰਪੂਰ ਹੈ। ਤਾਂ ਇੱਥੇ ਆ ਕੇ ਵੀ ਕਾਲ ਦਾ ਡਰ ਉਵੇਂ ਹੀ ਰਹਿੰਦਾ ਹੈ। ਤਾਂ ਬੁਢਾਪੇ ਦੀ ਅਵਧ ਤੱਕ ਜਾਂਦਿਆਂ ਤਾਂ ਬੜਾ ਸਪਸ਼ਟ ਹੋ ਜਾਂਦਾ ਹੈ ਕਿ ਇਸ ਤੋਂ ਬਾਅਦ ਤਾਂ ਕਾਲ ਦੀ ਚੋਟ ਤੋਂ ਨਾ ਬਚਿਆ ਜਾ ਸਕੇਗਾ, ਨਾ ਕੋਈ ਬਚਾ ਸਕੇਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਅਜਾ ਪੋਗੰਤ ਕੰਦ ਮੂਲੰ। ਕੀ ਹੋ ਜਾਵੇ ਜੇ ਬੱਕਰੀ ਨੂੰ ਤੁਸੀਂ ਬਹੁਤ ਸੋਹਣੇ ਪਦਾਰਥ ਖਵਾਓ, ਭਾਵੇਂ ਰੋਜ਼ਾਨਾ ਮਠਿਆਈਆਂ, ਕੀਮਤੀ ਤੋਂ ਕੀਮਤੀ ਵਸਤੂ ਨੂੰ ਲਿਆ ਕੇ ਪਾਵੋ, ਪਰ ਉਸ ਦਾ ਭਲਾ ਕਿਵੇਂ ਹੋਵੇ ਜੇ ਉਹ ਬੱਝੀ ਸ਼ੇਰ ਦੇ ਨੇੜੇ ਹੋਵੇ? ਉਹ ਵੱਧ ਫੁੱਲ ਕਿਵੇਂ ਸਕਦੀ ਹੈ ਜੇ ਹਰ ਵੇਲੇ ਉਹਦੇ ਉੱਪਰ ਇਹੀ ਖਤਰਾ ਮੰਡਰਾ ਰਿਹਾ ਕਿ ਸ਼ੇਰ ਕਦੋਂ ਮੈਨੂੰ ਆਪਣਾ ਭੋਜਨ ਬਣਾ ਲਏਗਾ। ਅਤੇ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ, ਮਨੁੱਖ ਦਾ ਜੀਵਨ ਕਾਲ ਦੇ ਸੰਕਟ ਦੇ ਨਾਲ, ਡਰ ਦੇ ਨਾਲ ਭਰਿਆ ਹੋਇਆ ਹੈ। ਗੁਰਬਾਣੀ 'ਚ ਬੜੇ ਪ੍ਰਮਾਣ ਨੇ, ਬਹੁਤ ਜ਼ਿਆਦਾ ਪ੍ਰਮਾਣ ਨੇ ਜਦੋਂ ਸਾਡੀ ਇਹ ਹਾਲਤ ਦੱਸੀ ਗਈ। ਉਂਝ ਮਨੁੱਖ ਆਮ ਕਰਕੇ ਕਹਿੰਦਾ ਹੈ, ਜਿਵੇਂ ਕਈ ਮਨੁੱਖ ਕਹਿੰਦੇ ਨੇ, ਮੈਨੂੰ ਕਿਸੇ ਦਾ ਡਰ ਨਹੀਂ ਹੈ, ਮੈਂ ਸਰਕਾਰ ਤੋਂ ਨਹੀਂ ਡਰਦਾ, ਕਾਨੂੰਨ ਤੋਂ ਨਹੀਂ ਡਰਦਾ, ਕਿਸੇ ਤੋਂ ਨਹੀਂ ਡਰਦਾ। ਤਾਂ ਇੱਕ ਡਰ ਜਿਹੜਾ ਹੈ ਉਹਦੇ ਉੱਪਰ ਬਣਿਆ ਰਹਿੰਦਾ। ਗੁਰਬਾਣੀ 'ਚ ਪਾਵਨ ਵਾਕ ਹੈ, ਬਾਬਾ ਫਰੀਦ ਸਾਹਿਬ ਜੀ ਆਖਦੇ ਨੇ, ਫਰੀਦਾ ਮੌਤੈ ਦਾ ਬੰਨਾ ਏਵੈ ਦਿਸੈ ਜਿਉ ਦਰਿਆਵੈ ਢਾਹ।
ਹੁਣ ਬਾਬਾ ਫਰੀਦ ਸਾਹਿਬ ਜੀ ਦੀ ਰਿਲਾਈਜੇਸ਼ਨ ਦਰਿਆ ਵਾਲੀ ਹੈ। ਦਰਿਆ ਦੀ ਰਿਲਾਈਜੇਸ਼ਨ ਦੇ ਲਈ ਦਰਿਆ ਦੇ ਨਿਕਟ ਹੋਣਾ ਪੈਂਦਾ ਹੈ। ਬਹੁਤ ਗੁਹਜ ਦੇਖੀਏ ਤਾਂ ਕਈ ਵਾਰੀ ਜਿਹੜਾ ਦਰਿਆ ਹੈ ਉਹ ਸਰਾਲ ਕਰਕੇ ਜਿਹੜੀ ਵਾਹੀਯੋਗ ਜ਼ਮੀਨ ਹੈ ਉਹਦੇ ਹੇਠਾਂ ਤੋਂ ਲੰਘਦਾ ਹੈ। ਹੈਰਾਨਗੀ ਤਾਂ ਬਹੁਤ ਵਾਰੀ ਐਸੀ ਦੇਖਣ 'ਚ ਹੁੰਦੀ ਹੈ ਕਿ ਦਰਿਆ ਦੇ ਕੰਢੇ ਬੀਜੀ ਹੋਈ ਫਸਲ ਉੱਪਰਲੇ ਪਾਸੇ ਹਰੀ ਫਰੀ ਹੁੰਦੀ ਹੈ, ਬਾਕਾਇਦਾ ਉਸ ਨੂੰ ਝਾੜ ਲੱਗਿਆ ਹੁੰਦਾ ਹੈ, ਵੱਧ ਫੁੱਲ ਰਹੀ ਹੁੰਦੀ ਹੈ, ਪਰ ਹੇਠਾਂ ਤੋਂ ਦਰਿਆ ਨੇ ਉਹਦੀ ਸਾਰੀ ਮਿੱਟੀ ਨੂੰ ਵਹਾ ਲਿਆ ਹੁੰਦਾ ਅਤੇ ਉਹ ਕੇਵਲ ਇੱਕ ਵਕਤੀ ਤੌਰ 'ਤੇ ਖੜੀ ਹੁੰਦੀ ਹੈ। ਤਾਂ ਪਤਾ ਨਹੀਂ ਕਿਸ ਸਮੇਂ ਥੋੜ੍ਹੀ ਜ਼ੋਰਦਾਰ ਛੱਲ ਆਈ ਤਾਂ ਉਹ ਜਿਹੜੀ ਹਰੀ ਭਰੀ ਖੇਤੀ ਹੈ ਉਹ ਦਰਿਆ ਦੇ ਸੰਗ ਹੀ ਵਹਿ ਜਾਂਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੌਤੈ ਦਾ ਬੰਨਾ ਇਹ ਵਹਿ ਦਿਸੈ। ਮੈਂ ਤਾਂ ਮੌਤ ਨੂੰ ਇਉਂ ਜਾਣਦਾ ਹਾਂ, ਮੈਂ ਬਹੁਤ ਬੜਾ ਨਿਕਟ ਹੋ ਕੇ ਮੈਂ ਖੁਦ ਵੀ ਦੇਖਿਆ ਬਹੁਤ ਸਮਾਂ ਦਰਿਆ ਦੇ ਨੇੜੇ ਰਹਿ ਕੇ ਕਿ ਹਜ਼ਾਰਾਂ ਕਿੱਲੇ ਜਿਹੜੇ ਸਨ, ਜਿਹੜੇ ਕੱਲ੍ਹ ਤੱਕ ਹਰੇ ਭਰੇ ਸਨ, ਅੱਜ ਤੱਕ 3-4 ਮਿੰਟ ਪਹਿਲਾਂ ਹਰੇ ਭਰੇ ਸਨ, 5-7 ਮਿੰਟ ਬਾਅਦ ਉੱਥੇ ਕੇਵਲ ਜਲ ਹੀ ਜਲ ਹੈ, ਉਹਦੀ ਹੋਂਦ ਹੀ ਨਹੀਂ ਬਾਕੀ ਬਚੀ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਮੌਤ ਦਾ ਦਰਿਆ ਇਉਂ ਸਰਾਲ ਕਰਦਾ ਹੈ ਕਿ ਉਹ ਜੀਵਨ ਦੇ ਬੰਨੇ ਨੂੰ ਥੋੜ੍ਹਾ ਥੋੜ੍ਹਾ ਕਰਕੇ ਨਿੱਤਾ ਪ੍ਰਤੀ ਢਾਹ ਲਾਈ ਜਾ ਰਿਹਾ, ਖੋਰੀ ਜਾ ਰਿਹਾ ਹੈ। ਆਖਰ ਉਹ ਵੀ ਦਿਨ ਆਏਗਾ ਜਦੋਂ ਸਮੁੱਚਾ ਜੀਵਨ ਕਿਰ ਜਾਏਗਾ ਅਤੇ ਕਾਲ ਦੇ ਵਹਿਣ ਵਿੱਚ ਵਹਿ ਜਾਏਗਾ, ਕੋਈ ਨਿਸ਼ਾਨ ਮਨੁੱਖ ਦਾ ਬਾਕੀ ਨਹੀਂ ਰਹੇਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਜਾ ਪੋਗੰਤ ਕੰਦ ਮੂਲੰ। ਇਸੇ ਪ੍ਰਕਾਰ ਜੀਵਨ ਦਾ ਇੱਕ ਹੋਰ ਦ੍ਰਿਸ਼ਟਾਂਤ ਸਾਡੇ ਸਨਮੁਖ ਗੁਰੂ ਸਾਹਿਬ ਜੀ ਰੱਖਦੇ ਹਨ। ਜੈਸੇ ਰੈਣ ਪਰਹੁਣੇ ਉੱਠ ਚਲ ਸੇ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਤ ਸਿਉ ਸਭ ਫੁੱਲਾਂ ਕੀ ਬਾਗਾਤ। ਜਾਂ ਭਗਤ ਕਬੀਰ ਸਾਹਿਬ ਜੀ ਆਖਦੇ ਨੇ, ਕਬੀਰ ਜਿਉਂ ਪ੍ਰਭਾਤੇ ਤਾਰੇ ਖਿਸਹੇ ਤਿਉਂ ਇਹ ਖਿਸੈ ਸਰੀਰ। ਗੱਲ ਸਮਝਣ ਵਾਲੀ ਐਸੀ ਹੈ ਕਿ ਮਨੁੱਖ ਦੇ ਜਾਗਣ ਦੇ ਵਿੱਚ ਬੜੀ ਦੇਰੀ ਹੋ ਜਾਂਦੀ ਹੈ, ਇਤਨੀ ਦੇਰੀ ਹੋ ਜਾਂਦੀ ਹੈ ਕਿ ਉਦੋਂ ਤੱਕ ਕਾਲ ਦਾ ਜਿਹੜਾ ਸੰਕਟ ਹੈ ਮਨੁੱਖ ਨੂੰ ਬੜਾ ਭੈ ਭੀਤ ਕਰਨ ਲੱਗ ਪੈਂਦਾ ਹੈ। ਇਸ ਕਰਕੇ ਦੁਨੀਆ ਭਰ ਦੇ ਰਹਿਬਰੀ ਹੁਣ ਆਪ ਜੀ ਕਿਤੇ ਕੋਈ ਵੀ ਧਰਮ ਗ੍ਰੰਥ ਪੜ੍ਹੋ, ਕੋਈ ਵੀ ਭਗਵਦ ਗੀਤਾ ਪੜ੍ਹੋ, ਪਵਿੱਤਰ ਕੁਰਾਨ ਪੜ੍ਹੋ, ਬਾਈਬਲ ਪੜ੍ਹੋ, ਬੁੱਧ ਧਰਮ ਦੇ ਗ੍ਰੰਥ ਪੜ੍ਹੋ, ਕਿਸੇ ਵੀ ਧਰਮ ਦੇ ਗ੍ਰੰਥ ਪੜ੍ਹੋ, ਹਰੇਕ ਧਰਮ ਦੇ ਵਿੱਚ 20-30% ਮੌਤ ਦਾ ਚਿੰਤਨ, 20-30%। ਕਿਉਂ? ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਕੀ ਹੈ ਕਿ ਹੋਰ ਮਨੁੱਖਾਂ ਸਾਰਿਆਂ ਤੋਂ ਡਰ ਤੋਂ ਮਨੁੱਖ ਛੁੱਟ ਸਕਦਾ ਹੈ, ਪਰ ਜਿਹੜਾ ਹੈ ਰੋਗ ਦਾ ਡਰ ਹੈ, ਵੈਦ ਆਦਿਕ ਉਪਲਬਧ ਹੋਣ ਰੋਗ ਤੋਂ ਸੰਕਟ ਛੁੱਟ ਸਕਦਾ ਹੈ। ਕਿਸੇ ਹੋਰ ਕੁਦਰਤੀ ਵਿਪਦਾ ਦਾ ਡਰ ਹੈ, ਆਪਣੇ ਪ੍ਰਬੰਧਾਂ ਨੂੰ ਪ੍ਰਬਲ ਕਰ ਸਕਦਾ ਹੈ, ਪਰ ਜਿਹੜੀ ਦੇਹ ਨਿਤਾ ਪ੍ਰਤੀ ਕਿਰ ਰਹੀ ਹੈ ਇਸ ਦਾ ਪ੍ਰਬੰਧ ਮਨੁੱਖ ਦੇ ਪਾਸੋਂ ਨਹੀਂ ਹੋ ਸਕਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹਨ ਅਜਾ ਪੋਗੰਤ ਕੰਦ ਮੂਲੰ ਬਸੰਤੇ ਸਮੀਪ ਕਹਿ ਰਹੇ। ਇੱਕ ਪਾਸੇ ਜੀਵਨ ਦੇ ਰਸ ਵੀ ਮਾਣ ਰਿਹਾ, ਦੂਜੇ ਪਾਸੇ ਉਹਦੇ ਉੱਪਰ ਕਾਲ ਦਾ ਖਤਰਾ ਵੀ ਮੰਡਰਾ ਰਿਹਾ। ਤਾਂ ਇਸੇ ਪ੍ਰਕਾਰ ਗੁਰਬਾਣੀ 'ਚ ਇੱਕ ਵਾਕ ਹੈ, ਜੈਸੇ ਕਿਰਸਾਨ ਬੋਵੈ ਕਿਰਸਾਨੀ, ਕਾਚੀ ਪਾਕੀ ਬਾੜ ਪੁਰਾਨੀ। ਹੁਣ ਕਿਸਾਨ ਲੋਕ ਕਣਕ ਆਦਿਕ ਦੀ ਫਸਲ ਬੀਜਦੇ ਨੇ ਤਾਂ ਕਈ ਵਾਰੀ ਅਜੇ ਕਣਕ ਥੋੜ੍ਹੀ ਨਿਸਰੀ ਹੁੰਦੀ ਹੈ ਅਤੇ ਗੁੱਜਰ ਲੋਕਾਂ ਨਾਲ ਸੰਪਰਕ ਹੋ ਜਾਂਦਾ ਅਤੇ ਉਹ ਕਹਿੰਦੇ ਨੇ ਕਿ ਅਸੀਂ ਆਪਣੇ ਪਸ਼ੂਆਂ ਨੂੰ ਥੋੜ੍ਹਾ ਚਾਰਾ ਇਸ ਤਰ੍ਹਾਂ ਦਾ ਪਾਉਣਾ ਹੈ, ਤਾਂ ਉਹ ਓਨੀ ਕੁ ਕੀਮਤ ਅਦਾ ਕਰਕੇ ਅਤੇ ਕੱਚੀ ਕਣਕ ਵੱਢ ਲੈਂਦੇ ਨੇ। ਕਿਸਾਨ ਵਢਾ ਵੀ ਦਿੰਦਾ, ਗੁੱਜਰ ਵੱਢ ਵੀ ਲੈਂਦੇ ਨੇ, ਕਣਕ ਜਰਾ ਜਿੰਨਾ ਉਜਰ ਇਤਰਾਜ਼ ਨਹੀਂ ਕਰਦੀ, ਕਰ ਵੀ ਨਹੀਂ ਸਕਦੀ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਕਾਚੀ ਪਾਕੀ ਬਾੜ ਪੁਰਾਨੀ। ਮਾਲਕ ਇਸ ਸਾਰੇ ਜਗਤ ਦਾ ਖੇਤ ਹੈ, ਜੀਵਾਂ ਦੀ ਜਿਹੜੀ ਬੀਜੀ ਹੋਈ ਫਸਲ ਹੈ ਕਦੋਂ ਕਿਸ ਸਮੇਂ ਕਿਸ ਹਾਲਤ ਦੇ ਵਿੱਚ ਕਿਵੇਂ ਵੱਢੇ ਇਹ ਉਹੀ ਜਾਣਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਅਜਾ ਪੋਗੰਤ ਕੰਦ ਮੂਲੰ ਬਸੰਤੇ ਸਮੀਪ ਕਹਿ ਰਹਿ। ਇਸੇ ਪ੍ਰਕਾਰ ਇੱਕ ਪਾਸੇ ਜੀਵਨ ਦੇ ਰਸਕਸ ਨੇ, ਦੂਜੇ ਪਾਸੇ ਉਹ ਸਾਰੇ ਰਸਕਸ। ਉਦਾਹਰਨ ਦੇ ਤੌਰ 'ਤੇ ਹੁਣ ਮਨੁੱਖ ਇਹਦੇ ਵਿੱਚ ਇੱਕ ਬਾਰੀਕ ਮਨੋਵਿਗਿਆਨਕ ਨੁਕਤਾ ਇਹ ਹੈ, ਅਸੀਂ ਜ਼ਿੰਦਗੀ ਦੇ ਰਸ ਮਾਣੇ ਨੇ 40-50 ਸਾਲ ਲਾ ਕੇ। 50 ਮਤਲਬ ਉਦਾਹਰਨ ਦੇ ਤੌਰ 'ਤੇ ਜੇ ਅਸੀਂ ਇੱਕ ਬੰਦੇ ਦੀ ਅਨੁਮਾਨ ਆਜੂ 50 ਸਾਲ ਮੰਨੀਏ ਤਾਂ ਉਹਨੇ 50 ਸਾਲਾਂ ਦੇ ਵਿੱਚ 3 ਅਵਸਥਾਵਾਂ ਦੇ ਰੰਗ ਮਨਾਉਣ ਨੂੰ ਮਾਨਣ ਨੂੰ 50 ਸਾਲ ਲਾਏ ਨੇ। 10-12 ਸਾਲ ਦਾ ਬਚਪਨ, 10-12 ਸਾਲ ਦੀ ਜਵਾਨੀ, ਗ੍ਰਸਤ ਅਤੇ ਥੋੜ੍ਹੀ ਬਿਰਧ ਆਜੂ, ਇਹਨੂੰ 50 ਸਾਲ ਲੱਗੇ ਨੇ। ਉਹਦੇ 'ਚ ਕਿੰਨਾ ਸਮਾਂ ਲੱਗਾ, ਕਿੰਨਾ ਯਤਨ ਲੱਗਾ, ਕਿੰਨੀ ਪੂੰਜੀ ਲੱਗੀ, ਇਹ ਸਾਰਾ ਕੁਝ ਹੈ।
ਤਾਂ ਇਸ ਸਾਰੇ ਕੁਝ ਨੂੰ ਇੱਕ ਹੀ ਸਕਿੰਟ ਦੇ ਵਿੱਚ ਸਮੇਟਦੀ ਹੈ ਕਾਲ ਦੀ ਮਾਰ। ਭਾਵ ਕਿ ਉਦਾਹਰਨ ਦੇ ਤੌਰ 'ਤੇ ਇਹਨੂੰ ਬੱਕਰੀ ਦੇ ਨੁਕਤੇ ਤੋਂ ਸਮਝ ਲਈਏ। ਛੋਟਾ ਕੋਈ ਮੇਮਣਾ ਲਿਆ ਕੇ ਪਾਲੀਏ, ਮੇਰੇ ਜਾਚੇ ਕਿ ਉਹ 6-7 ਮਹੀਨੇ ਤਾਂ ਲਏਗਾ ਹੀ। ਉਹਨੂੰ ਚੰਗੀ ਖੁਰਾਕ ਵੀ ਅਗਰ ਦਿੱਤੀ ਜਾਵੇ, ਪਾਲਣਾ ਪੋਸ਼ਣਾ ਕੀਤੀ ਜਾਵੇ, 6-7 ਮਹੀਨੇ ਤਾਂ ਲਏਗਾ ਹੀ, ਯਕੀਨਨ ਹੈ, ਕਿਉਂਕਿ ਉਹਨੇ ਵੱਡਾ ਵਿਕਸਿਤ ਹੋਣਾ ਸਰੀਰ। ਪਰ ਹੈਰਾਨਗੀ ਉਦੋਂ ਵਾਪਰਦੀ ਹੈ ਕਿ ਇਹਦੀ ਪਾਲਣਾ ਪੋਸ਼ਣ 'ਤੇ 6-7 ਸਾਲ ਲੱਗੇ, 6-7 ਮਹੀਨੇ ਲੱਗੇ ਨੇ। ਪਰ ਜਦੋਂ ਇਹ ਸ਼ੇਰ ਦੀ ਖੁਰਾਕ ਬਣਿਆ, ਕੇਵਲ ਇੱਕ ਚੱਖ ਲੱਗਾ ਹੈ, ਇੱਕ ਉਹਦਾ ਚੱਖ ਲੱਗਾ ਅਤੇ ਇਹਦਾ ਜੀਵਨ ਬਿਨਸ ਗਿਆ। ਤਾਂ ਇਸੇ ਪ੍ਰਕਾਰ ਸਾਨੂੰ ਸਤਿਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਐਸਾ ਵੀ ਸਮਝਾਇਆ। ਤਾਂ ਉਦਾਹਰਨ ਦੇ ਤੌਰ 'ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਪਾਵਨ ਬਾਣੀ ਦੇ ਵਿੱਚ ਕਿ ਕਾਗਦ ਜਿਉਂ ਗਰ ਜਾਹੇਗਾ। ਇੱਕ ਪਾਸੇ ਮਨੁੱਖ ਦੇ ਜੀਵਨ ਦਾ ਅਭਿਮਾਨ ਹੈ ਕਿ ਮੈਂ ਥਿਰ ਰਹਾਂਗਾ, ਮੇਰਾ ਜੀਵਨ ਬਣਿਆ ਰਹੇਗਾ। ਪਰ ਗੁਰੂ ਸਾਹਿਬ ਜੀ ਕਹਿੰਦੇ ਕਾਗਜ਼ ਵਰਗੀ ਹੈ ਤੇਰੀ ਹਸਤੀ, ਜਰਾ ਜਿੰਨਾ ਕਾਲ ਦੀ ਬੂੰਦ ਪਈ ਬਿਨਸਣ ਲੱਗਿਆ ਦੇਰ ਨਹੀਂ ਲੱਗੇਗੀ। ਤਾਂ ਇਸੇ ਪ੍ਰਕਾਰ ਇੱਕ ਪਾਸੇ ਗੁਰਬਾਣੀ 'ਚ ਐਸਾ ਵੀ ਫਰਮਾਨ ਹੈ, ਕਾਚੈ ਕਰਵੈ ਰਹਿ ਨਾ ਪਾਨੀ, ਹੰਸ ਗਿਆ ਕਾਇਆ ਕੁਮਲਾਨੀ। ਹੁਣ ਇਹਨਾਂ ਚੀਜ਼ਾਂ ਦੇ ਦ੍ਰਿਸ਼ਟਾਂਤ ਦੇਖਣੇ ਪੈਂਦੇ ਨੇ। ਬਾਕਾਇਦਾ ਮੈਂ ਇੱਕ ਦਫਾ ਦੇਖਿਆ, ਘੜਾ ਦੋ ਤਰ੍ਹਾਂ ਦਾ ਹੁੰਦਾ, ਕੱਚਾ ਅਤੇ ਪੱਕਾ। ਪੱਕਿਆ ਭਾਵ ਜਿਹੜਾ ਅੱਗ ਵਿੱਚ ਪਕਾਇਆ ਗਿਆ, ਕੱਚੇ ਦਾ ਭਾਵ ਮਿੱਟੀ ਹੁੰਦਾ। ਘਾੜਤ ਉਹਦੀ ਪੂਰੀ ਹੁੰਦੀ ਹੈ, ਉਸੇ ਤਰ੍ਹਾਂ ਦਾ ਹੀ ਆਕਾਰ ਹੁੰਦਾ, ਉਸੇ ਤਰ੍ਹਾਂ ਦਾ ਰੂਪ ਹੁੰਦਾ ਹੈ, ਪਰ ਉਹਦੇ ਅੰਦਰ ਪਕਿਆਈ ਨਹੀਂ ਹੁੰਦੀ। ਉਹਦੇ ਅੰਦਰ ਪਾਣੀ ਪਾਇਆ ਜਾਵੇ ਸਵੇਰ ਵੇਲੇ, ਦੁਪਹਿਰ ਤੱਕ ਸਾਰਾ ਬਿਨਸ ਜਾਏਗਾ, ਘੜਾ ਵੀ ਉਹ ਜਰਜਰਾ ਹੋ ਜਾਏਗਾ। ਇਸੇ ਪ੍ਰਕਾਰ ਸਰੀਰ ਰੂਪ ਘੜੇ ਦੇ ਵਿੱਚ ਪਾਣੀ ਸਵਾਸਾਂ ਦਾ ਪਾਇਆ ਗਿਆ। ਛਿਨ ਛਿਨ ਔਦ ਬਿਹਾਤ ਹੈ, ਫੂਟੈ ਘਟ ਦਿਓ ਪਾਨੀ। ਇਸ ਕਰਕੇ ਮਹਾਤਮਾ ਬੁੱਧ ਦੇ ਕੋਲ ਕੋਈ ਭਿਕਸ਼ੂ ਦੀਖਿਆ ਲੈਣ ਆਉਂਦਾ ਸੀ, ਉਹਨੂੰ 3 ਮਹੀਨੇ ਸ਼ਮਸ਼ਾਨ ਦੇ ਵਿੱਚ ਰੱਖਦੇ ਸਨ, ਤਾਂ ਕਿ ਰੋਜ਼ਾਨਾ ਉਹ ਦ੍ਰਿਸ਼ ਦੇਖੇ ਅਤੇ ਤੈਨੂੰ ਇਹ ਅਸਲੀਅਤ ਮੰਨਣ ਦੇ ਵਿੱਚ ਥੋੜ੍ਹੀ ਸੌਖ ਹੋ ਸਕੇ ਕਿ ਮੈਂ ਨਾਸ਼ਵਾਨ ਹਾਂ। ਪਹਿਲਾਂ ਨਾਸ਼ਵਾਨ ਜਾਣ, ਫਿਰ ਜੀਵਨ ਦੀ ਕੋਈ ਕਾਰ ਆਰੰਭ ਕਰ। ਅਸੀਂ ਪਹਿਲਾਂ ਆਪਣੇ ਆਪ ਨੂੰ ਥਿਰ ਮੰਨਦੇ ਹਾਂ, ਫਿਰ ਕੋਈ ਕਾਰ ਆਰੰਭ ਕਰਦੇ ਹਾਂ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਅਜਾ ਪੋਗੰਤ ਕੰਦ ਮੂਲੰ ਬਸੰਤੇ ਸਮੀਪ ਕਹਿ ਰਹੇ। ਇੱਕ ਪਾਸੇ ਉਹ ਰਸਕਸ ਮਾਣਦੀ, ਹੁਣ ਦੂਜੀ ਗੱਲ ਇਹਦੇ ਨਾਲ ਹੀ ਜੁੜਦਾ ਹੋਇਆ ਨੁਕਤਾ। ਹੁਣ ਜ਼ਰੂਰੀ ਨਹੀਂ ਕਿ ਸਾਡਾ ਜੀਵਨ ਇਸ ਸਮੇਂ 'ਤੇ ਜਾਂ ਕਿਸੇ ਵੀ ਹਾਲਤ 'ਤੇ ਆ ਕੇ ਬਿਨਸੇ। ਦਰਅਸਲ ਕਾਲ ਦੀ ਮਾਲ ਸਾਨੂੰ ਆਲੇ ਦੁਆਲੇ ਤੋਂ ਵੀ ਸੁਚੇਤ ਕਰਦੀ ਹੈ ਕਿ ਇਹ ਨਹੀਂ ਕਿ ਤੇਰੀ ਬਚਪਨ ਬੀਤ ਗਿਆ, ਤੇਰੀ ਜਵਾਨੀ ਬੀਤ ਗਈ ਅਤੇ ਤੇਰਾ ਗ੍ਰਸਤ ਚੱਲ ਰਿਹਾ ਅਤੇ ਸ਼ਾਇਦ ਗ੍ਰਸਤ ਦੇ ਸਮੇਂ ਦੇ ਵਿੱਚ ਕਾਲ ਦੀ ਮਾਰ ਨਹੀਂ ਪਏਗੀ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜੋ ਆਲੇ ਦੁਆਲੇ ਵਿੱਚ ਵਾਪਰਿਆ ਉਹ ਵੀ ਤੇਰੇ ਸਵੈ ਚਿੰਤਨ ਦਾ ਹਿੱਸਾ ਹੋਵੇ। ਆਪ ਜੀ ਦੇ ਨਾਲ ਇੱਕ ਦਫਾ ਅੱਗੇ ਵੀ ਬਾਤ ਸਾਂਝੀ ਕੀਤੀ ਹੈ ਕਿ ਕਿਸੇ ਨਗਰ ਦੇ ਵਿੱਚ ਕਿਸੇ ਪ੍ਰਾਣੀ ਦੀ ਚੜ੍ਹਾਈ ਹੋ ਗਈ, ਤਾਂ ਮਹਾਤਮਾ ਦਾ ਚੇਲਾ ਕਹਿੰਦਾ ਅੱਜ ਮੰਦਰ ਦੇ ਵਿੱਚ ਟੱਲੀਆਂ ਬੜੀਆਂ ਖੜਕੀਆਂ ਨੇ, ਪਤਾ ਕਰਕੇ ਉਹਨਾਂ ਕਿਹਦਾ ਦੇਹਾਂਤ ਹੋ ਗਿਆ। ਤਾਂ ਮਹਾਤਮਾ ਕਹਿਣ ਲੱਗਾ ਇਹ ਟੱਲੀਆਂ ਇਸ ਕਰਕੇ ਨਹੀਂ ਵੱਜੀਆਂ ਕਿ ਤੂੰ ਜਾ ਕੇ ਪਤਾ ਕਰੇ ਕਿ ਕੌਣ ਚੜ੍ਹਾਈ ਕਰ ਗਿਆ, ਇਹ ਤਾਂ ਤੇਰੇ ਜਾਗਣ ਲਈ ਵੱਜੀਆਂ ਨੇ। ਉਸ ਦੇ ਜੀਵਨ ਦਾ ਅਧਿਆਏ ਖਤਮ ਹੋ ਗਿਆ, ਪਰ ਉਹਦੇ ਜੀਵਨ ਦਾ ਅਧਿਆਏ ਤੇਰੇ ਲਈ ਇੱਕ ਸੰਦੇਸ਼ ਛੱਡ ਕੇ ਜਾ ਗਿਆ ਕਿ ਜਾਗੋ ਸੂਤੇ ਹੋ ਚੱਲਿਆ ਵਣਜਾਰਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬਸੰਤੇ ਸਮੀਪ ਕਹਿ ਰਹੇ। ਔਰ ਇਹ ਕਾਲ ਰੂਪ ਸ਼ੇਰ ਏਡਾ ਵੱਡਾ ਹੈ। ਗੁਰਬਾਣੀ 'ਚ ਪਾਵਨ ਵਾਕ ਹੈ, ਰਾਜਾ ਪ੍ਰਜਾ ਸਮ ਕਰ ਮਾਰੇ ਐਸੋ ਕਾਲ ਬਡਾਨੀ ਰੇ। ਹੁਣ ਆਪ ਜੀ ਨੇ ਕਦੇ TV ਆਦਿਕ 'ਤੇ ਸ਼ਾਇਦ ਦੇਖਿਆ ਹੋਵੇ ਕਿ ਜਿਹੜਾ ਸ਼ੇਰ ਹੈ ਕਈ ਵਾਰੀ ਹਾਥੀ ਨੂੰ ਵੀ ਸ਼ਿਕਾਰ ਕਰਨ ਦੇ ਲਈ ਨਿਕਲ ਪੈਂਦਾ। ਉਹ ਪਰਵਾਹ ਨਹੀਂ ਕਰਦਾ ਕਿ ਹਾਥੀ ਮੇਰੇ ਤੋਂ 10 ਗੁਣਾ ਵੱਡਾ ਸਰੀਰ ਦੇ ਵਿੱਚ ਬਲ ਵਿੱਚ, ਪਰ ਚੱਲ ਪੈਂਦਾ। 2-3 ਸ਼ੇਰ ਰਲ ਕੇ ਚੱਲ ਪੈਂਦੇ ਨੇ। ਇਸੇ ਪ੍ਰਕਾਰ ਜੀਵਨ ਦਾ ਭਾਵੇਂ ਕਿੱਡਾ ਵੱਡਾ ਤਾਣ ਹੋਵੇ, ਮਾਰਕੰਡੇ ਵਰਗੇ ਰਿਸ਼ੀ ਜਿਨ੍ਹਾਂ ਦੀ ਹਜ਼ਾਰਾਂ ਸਾਲਾਂ ਦੀ ਆਜੂ ਸੀ, ਉਹ ਵੀ ਕਾਲ ਦੀ ਮਾਰ ਨੇ ਖਪਾਏ ਨੇ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਬਸੰਤੇ ਸਮੀਪ ਕਹਿ ਰਹੇ। ਤਾਂ ਕਰਕੇ ਇੱਕ ਗੁਰਬਾਣੀ 'ਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੋਰ ਵੀ ਹਾਲਤ ਸਾਡੀ ਸਮਝਾਈ ਹੈ ਕਿ ਸਤਿਗੁਰੂ ਸਾਹਿਬ ਜੀ ਬਾਣੀ 'ਚ ਫਰਮਾਉਂਦੇ ਨੇ ਕਾਲ ਅਹੇਰੀ ਫਿਰੈ ਬਦਕ ਦਿਓ ਕਹੋ ਕਵਨ ਬਿਦ ਕੀਜੈ। ਕਿ ਕਾਲ ਰੂਪ ਸ਼ਿਕਾਰੀ ਤਾਂ ਤੇਰੇ ਮਗਰ ਫਿਰ ਰਿਹਾ, ਕਿੱਥੇ ਕਿੱਥੇ ਭੱਜੇਗਾ। ਮੈਂ ਕਈ ਵਾਰੀ ਦੇਖਿਆ ਜਿਹੜੇ ਮੁਰਗਾਬੀਆਂ ਆਦਿਕ ਮਾਰਨ ਵਾਲੇ ਨੇ, ਮੈਂ ਬਚਪਨ ਦੇ ਵਿੱਚ ਐਸਾ ਦੇਖਿਆ ਕਿ ਉਹ ਬਾਕਾਇਦਾ ਉਹਨਾਂ ਦੇ ਕੋਲ ਕੁੱਤਾ ਹੁੰਦਾ, ਜਾਲ ਹੁੰਦਾ, ਗੁਲੇਲ ਹੁੰਦੀ ਹੈ। ਤਾਂ ਉਹ ਜਿਸ ਵੀ ਤਰੀਕੇ ਦੇ ਨਾਲ, ਜੇ ਪਤਾ ਥੋੜ੍ਹਾ ਪੰਛੀ ਦੂਰ 'ਤੇ ਹੈ, ਗੁਲੇਲ ਮਾਰ ਕੇ ਮਾਰ ਲੈਂਦੇ ਨੇ ਕਿਸੇ ਤਰੀਕੇ ਨਾਲ। ਮਤਲਬ ਕੋਈ ਜਿਸ ਵੀ ਯਤਨ ਦੇ ਨਾਲ ਜੀਵ ਮਾਰਿਆ ਜਾ ਸਕਦਾ ਉਹ ਮਾਰ ਲੈਂਦੇ ਨੇ। ਇਸੇ ਪ੍ਰਕਾਰ ਕਾਲ ਰੂਪ ਇਹ ਜਿਹੜਾ ਸ਼ੇਰ ਹੈ, ਇਹ ਮਨੁੱਖ ਨੂੰ ਕਿਸੇ ਵੀ ਅਵਸਥਾ ਵਿੱਚ ਗਰਸ ਸਕਦਾ ਹੈ
ਇਹ ਉਹੀ ਜਾਣਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪ ਕਹਿ ਰਹੇ। ਇਸ ਪ੍ਰਕਾਰ ਇਹਦੇ ਨਾਲ ਹੀ ਜੁੜਦਾ ਹੋਇਆ ਨੁਕਤਾ। ਕਿਸੇ ਜਗਿਆਸੂ ਨੇ ਕਿਸੇ ਪੂਰਨ ਪੁਰਖ ਕੋਲੋਂ ਪੁੱਛਿਆ ਕਿ ਕੀ ਮ੍ਰਿਤੂ ਤੋਂ ਛੁਟਕਾਰਾ ਹੋ ਸਕਦਾ ਹੈ? ਉਹ ਪੂਰਨ ਪੁਰਖ ਕਹਿਣ ਲੱਗਾ ਕਦੀ ਵੀ ਨਹੀਂ, ਮ੍ਰਿਤੂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਤਾਂ ਕਹਿੰਦਾ ਫਿਰ ਤੇਰੀ ਸ਼ਰਨ ਵਿੱਚ ਆਇਆ, ਮੈਂ ਤੈਨੂੰ ਆਪਣਾ ਗਿਆਨ ਗੁਰੂ ਮੰਨਿਆ, ਫਿਰ ਤੇਰੀ ਸ਼ਰਨ ਆਉਣ ਦਾ ਲਾਭ ਕੀ ਹੈ? ਕਹਿੰਦਾ ਇਹ ਤਾਂ ਹੈ ਕਿ ਮੈਂ ਮ੍ਰਿਤੂ ਤੋਂ ਤੇਰਾ ਛੁਟਕਾਰਾ ਨਹੀਂ ਕਰਵਾ ਸਕਦਾ, ਮ੍ਰਿਤੂ ਤਾਂ ਹੋਏਗੀ ਪਰ ਕਹਿੰਦਾ ਮੈਂ ਤੈਨੂੰ ਮਰਨ ਦੀ ਕਲਾ ਸਿਖਾ ਦਿਆਂਗਾ। ਜਿਵੇਂ ਸੰਸਾਰ ਮਰਦਾ ਹੈ, ਤੇਰਾ ਮਰਨਾ ਉਹਦੇ ਵਿੱਚ ਵੱਖਰਾ ਹੋਏਗਾ। ਤੈਨੂੰ ਮਰਨ ਤੋਂ ਬਾਅਦ ਲੱਗੇਗਾ ਕਿ ਮੈਨੂੰ ਇੱਕ ਨਵਾਂ ਜੀਵਨ ਮਿਲ ਰਿਹਾ ਹੈ। ਸੰਸਾਰ ਨੂੰ ਲੱਗਦਾ ਕਿ ਅਸੀਂ ਕੇਵਲ ਇੱਥੇ ਹੀ ਸਿਮਟ ਰਹੇ, ਇਸ ਕਰਕੇ ਨਾ ਤੈਨੂੰ ਮੈਂ ਮਰਨ ਦੀ ਕਲਾ ਸਿਖਾ ਦਿਆਂਗਾ। ਉਹ ਜਗਿਆਸੂ ਉਹਦੇ ਨਾਲ ਸਹਿਮਤ ਹੋ ਗਿਆ। ਕਹਿੰਦਾ ਮਰਨ ਦੀ ਕਲਾ ਕਿਵੇਂ ਸਿਖਾਏਂਗਾ? ਕਹਿੰਦਾ ਕੱਲ੍ਹ ਤੋਂ ਤੇਰੀ ਵਿੱਦਿਆ ਆਰੰਭ ਹੋਏਗੀ, ਮਰਨ ਦੀ ਕਲਾ ਤੈਨੂੰ ਸਿਖਾਵਾਂਗਾ। ਉਸ ਨੇ ਉਹਨੂੰ ਕਾਪੀ ਪੈਨ ਆਦਿਕ ਪਕੜਾ ਦਿੱਤਾ। ਕਹਿੰਦਾ ਇਹਦੇ ਉੱਪਰ ਇੱਕ ਲਫ਼ਜ਼ ਲਿਖ ਮੇਰਾ। ਉਹਨੇ ਲਿਖ ਦਿੱਤਾ। ਕਹਿੰਦਾ ਹੇਠਾਂ ਜੋ ਕੁਝ ਤੂੰ ਆਪਣਾ ਮਹਿਸੂਸ ਕਰਦਾ ਮੇਰਾ ਕਰਕੇ ਸਾਰੇ ਦੀ ਤਰਤੀਬ ਬਣਾ ਦੇ। ਉਸ ਨੇ ਸਾਰਾ ਕੁਝ ਲਿਖ ਦਿੱਤਾ, ਧੀਆਂ ਪੁੱਤਰ ਪਰਿਵਾਰ ਸਭ ਕੁਝ। ਤਾਂ ਜਦੋਂ ਸਾਰਾ ਕੁਝ ਲਿਖ ਦਿੱਤਾ ਤਾਂ ਮਹਾਤਮਾ ਕਹਿਣ ਲੱਗਾ ਤਾਂ ਦੂਜੀ ਤਰਫ ਲਿਖ ਤੇਰਾ, ਇਹਦੇ ਹੇਠਾਂ ਲਿਖ ਕੁਝ ਵੀ ਨਾ ਲਿਖਿਆ ਗਿਆ। ਕਹਿੰਦਾ ਪਹਿਲਾ ਨੁਕਤਾ ਇਹ ਹੈ ਕਿ ਜੇ ਮਰਨ ਦੀ ਕਲਾ ਸੁਖਣੀ ਹੈ ਅਤੇ ਜੀਵਨ ਦੇ ਵਿੱਚ ਪਦਾਰਥਾਂ ਨੂੰ ਰਸਾਂ ਕਸਾਂ ਨੂੰ ਸਭ ਪਸਾਰਾਂ ਨੂੰ ਮਾਣਦਿਆਂ ਹੋਇਆਂ ਤਿਆਗ ਭਾਵ ਦੇ ਵਿੱਚ ਰੱਖੋ। ਕਦੀ ਅੰਤਰ ਹਿਰਦੇ ਦਾ ਹਿੱਸਾ ਨਾ ਬਣਾਓ। ਜਿੰਨਾ ਜ਼ਿਆਦਾ ਮਮਤਾ ਨਾਲ ਜੁੜੋਗੇ ਉਤਨਾ ਸਮਾਂ ਕਾਲ ਦੀ ਚੋਟ ਦੁਖਦਾਈ ਹੋਏਗੀ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਿਰ ਉਹ ਮਹਾਤਮਾ ਕਹਿਣ ਲੱਗਾ ਇਹ ਤੇਰਾ ਪਹਿਲਾ ਨੁਕਤਾ। ਦੂਜਾ ਨੁਕਤਾ ਕਹਿੰਦਾ ਕਿ ਸ਼ਾਮ ਦੇ ਸਮੇਂ ਕਹਿਣ ਲੱਗਾ ਕਿ ਇੰਨਾ ਕੁ ਤੇਲ ਪਾ ਕੇ ਦੀਪਕ ਜਗਾ ਦੇ। ਤਾਂ ਦੀਪਕ ਜਗਦਾਰੀ ਸਵੇਰ ਵੇਲੇ ਦੇਖਣਾ। ਜਦੋਂ ਦੇਖਿਆ ਤਾਂ ਦੀਪਕ ਬੁਝ ਗਿਆ। ਮਹਾਤਮਾ ਕਹਿਣ ਲੱਗਾ ਜਦੋਂ ਸਵੇਰ ਵੇਲੇ ਦੀਪਕ ਬੁਝਿਆ ਤੈਨੂੰ ਕੋਈ ਦੁੱਖ ਹੋਇਆ? ਕਹਿੰਦਾ ਨਹੀਂ, ਮੈਨੂੰ ਕੋਈ ਦੁੱਖ ਨਹੀਂ ਹੋਇਆ। ਕਹਿੰਦਾ ਇਸੇ ਪ੍ਰਕਾਰ ਜੇ ਤੇਰੇ ਜੀਵਨ 'ਚ ਸਵਾਸਾਂ ਦੀ ਔਧ ਪਾਈ ਹੈ, ਤੇਰੇ ਜੀਵਨ ਦੀ ਲਾਟ ਬਲਦੀ ਹੈ, ਅਤੇ ਜਿੰਨੀ ਹੁਣ ਉਹ ਸਵਾਸਾਂ ਦੀ ਤੇਲ ਦੀ ਔਧ ਪਾਈ ਹੈ ਉਹ ਜੇ ਤੈਨੂੰ ਸੜ ਮੁੱਕ ਜਾਏਗੀ ਫਿਰ ਤੇਰਾ ਇਹਦੇ ਨਾਲ ਰੋਸ ਕਿਉਂ? ਇਹ ਤਾਂ ਯਕੀਨਨ ਬੁਝਣੀ ਹੀ ਬੁਝਣੀ ਹੈ। ਕਹਿੰਦਾ ਇਹ ਦੂਜਾ ਨੁਕਤਾ। ਕਹਿੰਦਾ ਤੀਜਾ ਨੁਕਤਾ ਕੀ ਹੈ? ਤੀਜਾ ਨੁਕਤਾ ਮਹਾਤਮਾ ਕਹਿਣ ਲੱਗਾ ਤੈਨੂੰ ਮੈਂ ਦਰਿਆ ਕੰਢੇ ਜਾਂਦਾ ਉੱਥੇ ਦੱਸਾਂਗਾ। ਤਾਂ ਫਿਰ ਕਹਿੰਦਾ ਤੀਜਾ ਨੁਕਤਾ ਉਹ ਦਰਿਆ ਦੇ ਵਿੱਚ ਇਸ਼ਨਾਨ ਕਰਨ ਉਤਰੇ। ਮਹਾਤਮਾ ਨੇ ਥੋੜ੍ਹਾ ਸ਼ੈਤਾਨੀ ਜਿਹੇ ਭਾਵ ਦੇ ਨਾਲ ਉਹਨੂੰ 3-4 ਗੋਤੇ ਦੇ ਦਿੱਤੇ। ਤਾਂ ਇਸੇ ਪ੍ਰਕਾਰ ਜਦੋਂ ਬਾਹਰ ਆਇਆ ਤਾਂ ਉਹ ਕਹਿਣ ਲੱਗਾ ਤੁਸੀਂ ਤਾਂ ਮੈਨੂੰ ਮਾਰ ਦੇਣ ਲੱਗੇ ਸੀ। ਕਹਿੰਦਾ ਜਦੋਂ ਤੈਨੂੰ ਮੈਂ ਪਾਣੀ ਹੇਠ ਡੁਬੋਇਆ ਸੀ ਉਦੋਂ ਤੇਰੇ ਮਨ 'ਚ ਕਿਹੜਾ ਖਿਆਲ ਬਾਕੀ ਬਚਿਆ ਸੀ ਇਹ ਦੱਸ? ਕਹਿੰਦਾ ਬਸ ਇਹੀ ਬਚਿਆ ਸੀ ਵੀ ਇੱਕ ਵਾਰੀ ਇੱਥੋਂ ਬਾਹਰ ਨਿਕਲ ਜਾ, ਇੱਕ ਸਾਹ ਮਿਲ ਜੇ। ਕਹਿੰਦਾ ਬਸ ਇੰਨੀ ਕੁ ਮੇਰੀ ਇੱਛਾ ਸੀ। ਕਹਿੰਦਾ ਇਸ ਕਰਕੇ ਤੂੰ ਦੇਖ ਵੀ ਮੌਤ ਦੇ ਦਰ 'ਤੇ ਖਲੋ ਕੇ ਤੈਨੂੰ ਸਿਰਫ ਇੱਕ ਸਾਹ ਦੀ ਲੋੜ ਭਾਸੀ, ਕੋਈ ਸਾਲਾਂ ਦੀ ਨਹੀਂ, ਕੋਈ 20 ਸਾਲਾਂ ਦੀ ਨਹੀਂ, ਕੋਈ 10 ਸਾਲਾਂ ਦੀ ਨਹੀਂ, ਕੇਵਲ ਇੱਕ ਸਾਹ ਕੇ ਬਸ ਬਾਹਰ ਨਿਕਲ ਕੇ ਸਾਹ ਲੈਣਾ ਜਲਦੀ ਜਲਦੀ। ਕਹਿੰਦੇ ਇਸ ਕਰਕੇ ਜੀਵਨ ਨੂੰ ਇੰਨੀ ਸੁਚੇਤਤਾ ਦੇ ਨਾਲ ਜਿਉਣਾ ਹੈ ਕਿ ਜਿੰਨੀ ਤੇਰੀ ਮ੍ਰਿਤੂ ਤੋਂ ਪਹਿਲਾਂ ਇੱਕ ਸਾਹ ਦੀ ਕਦਰ ਹੋਵੇ ਓਨੀ ਤੇਰੀ ਜੀਵਨ ਭਰ ਸਾਹਾਂ ਦੀ ਕਦਰ ਹੋਵੇ। ਕਹਿੰਦਾ ਤੀਜਾ ਨੁਕਤਾ। ਕਹਿੰਦਾ ਚੌਥਾ ਨੁਕਤਾ ਉਹ ਕਹਿਣ ਲੱਗਾ ਕਹਿੰਦਾ ਮੇਰਾ ਵਿਕਾਰਾਂ ਤੋਂ ਖਲਾਸੀ ਨਹੀਂ ਹੁੰਦੀ। ਤਾਂ ਮਹਾਤਮਾ ਇੱਕ ਰਾਤ ਸੁੱਤਾ, ਉਹ ਜਗਿਆਸੂ ਸੁੱਤਾ ਹੋਇਆ ਸੀ। ਮਹਾਤਮਾ ਉਹਦੇ ਸਿਰ 'ਤੇ ਤਲਵਾਰ ਲੈ ਕੇ ਖਲੋ ਗਿਆ। ਤਾਂ ਮਹਾਤਮਾ ਕਹਿਣ ਲੱਗਾ ਕਿ ਜਦੋਂ ਉਹਦੀ ਅਚਾਨਕ ਉਹਨੇ ਹਿਲਾਇਆ ਤਾਂ ਅੱਖਾਂ ਖੁੱਲ੍ਹੀਆਂ। ਮਹਾਤਮਾ ਨੇ ਗਰਜਵੀਂ ਆਵਾਜ਼ ਦੇ ਵਿੱਚ ਕਹਿੰਦਾ ਮੈਂ ਤੇਰਾ ਸਿਰ ਕਲਮ ਕਰ ਦਿਆਂਗਾ। ਤਾਂ ਉਹ ਕਹਿੰਦਾ ਮੇਰੀ ਜਾਨ ਬਖਸ਼ ਦਿਓ। ਕਹਿੰਦਾ ਕੀ ਕਰੇਗਾ? ਕਹਿੰਦਾ ਜੋ ਤੁਸੀਂ ਕਹੋਗੇ। ਕਹਿੰਦਾ ਮੈਂ ਤੈਨੂੰ ਕਹਿੰਦਾ ਵਿਕਾਰਾਂ ਤੋਂ ਛੱਡ ਕੇ ਸੱਚਾ ਜੀਵਨ ਜਿਉਂ। ਉਹ ਮੰਨ ਗਿਆ। ਤਾਂ ਫਿਰ ਉਹਨੇ ਅਗਲੇ ਦਿਨ ਕਹਿੰਦਾ ਤੁਸੀਂ ਰਾਤ ਮੇਰੇ ਨਾਲ ਇਉਂ ਕਿਉਂ ਕੀਤਾ? ਕਹਿੰਦਾ ਕਾਲ ਦਾ ਖਤਰਾ ਹਮੇਸ਼ਾ ਸਿਰ 'ਤੇ ਜਾਣੋ। ਜੇ ਅਵਗੁਣਾ ਦੇ ਸਹਿਤ ਜੀਵਨ ਜਿਓਗੇ ਤਾਂ ਇਹ ਖਤਰਾ ਬੜਾ ਵਿਕਰਾਲ ਲੱਗੇਗਾ, ਜੇ ਜਾਗੇ ਹੋਏ ਚੇਤੋਗੇ ਤਾਂ ਇਹੀ ਖਤਰਾ ਸੁਹਾਵਣਾ ਲੱਗੇਗਾ। ਇਸ ਕਰਕੇ ਬਹੁਤ ਵਾਰੀ ਇਹ ਵਾਕ ਬਾਬਾ ਕਬੀਰ ਸਾਹਿਬ, ਭਗਤ ਕਬੀਰ ਸਾਹਿਬ ਜੀ ਦੇ ਸਮਝਣ ਦੇ ਵਿੱਚ ਮੁਸ਼ਕਿਲ ਵੀ ਪੈਦਾ ਕਰਦੇ ਨੇ। ਭਗਤ ਕਬੀਰ ਸਾਹਿਬ ਜੀ ਆਖਦੇ ਨੇ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ। ਤਾਂ ਮੈਂ ਇਸ ਗੱਲ ਦਾ ਅਨੁਭਵ ਨਹੀਂ ਸੀ ਕਦੀ ਕੀਤਾ। ਮੈਨੂੰ ਲੱਗਦਾ ਸੀ ਕਿ ਇਹ ਗੱਲ ਹੋ ਸਕਦਾ ਕਦੇ ਹੋਵੇ ਜਾਂ ਨਾ ਹੋਵੇ। ਤਾਂ ਕਿਸੇ ਪੂਰਨ ਪੁਰਖ ਦੀ ਮ੍ਰਿਤੂ ਦੇ ਮੈਂ ਨਿਕਟ ਰਿਹਾ। ਤਾਂ ਉਸ ਦੇ ਕਹਿਣ ਮੁਤਾਬਕ ਅਤੇ ਜੀਵਨ ਉਹਦਾ ਮੈਂ ਆਪਣੇ ਸਨਮੁਖ ਬਿਨਸਦਾ ਵੇਖਿਆ।
ਤਾਂ ਉਹਦੇ ਚਿਹਰੇ 'ਤੇ ਬੜੀ ਮਤਲਬ ਪ੍ਰਸੰਨਤਾ ਸੀ। ਤਾਂ ਮੈਂ ਜਾਣਨ ਬੁੱਝਣ ਦੇ ਨਾਲ ਤਾਂ ਮੈਂ ਕਿਹਾ ਜੀ ਨਕਸ਼ ਜਿਹੜਾ ਹੈ ਕਾਇਆ ਤਾਂ ਵਿਣਸਣ ਵਾਲੀ ਹੈ, ਤੁਸੀਂ ਕਿਸ ਪੱਧਰ ਦੀ ਪ੍ਰਸੰਨਤਾ ਮਾਣ ਰਹੇ ਹੋ? ਕਹਿੰਦੇ ਮੈਨੂੰ ਇਹੀ ਖੁਸ਼ੀ ਹੈ ਕਿ ਇਹ ਕਾਇਆ ਸ਼ੁੱਧ ਮਿਲੀ ਸੀ, ਵਿੱਚ ਜੇ ਕਹਿੰਦੇ ਅਸ਼ੁੱਧ ਹੋ ਗਈ ਸੀ, ਭਾਵ ਕਿ ਵਿਕਾਰਾਂ ਦੀ ਗ੍ਰਸਤਨਾ ਇਹਦੇ ਅੰਦਰ ਆ ਵੜੀ ਸੀ। ਦੁਬਾਰਾ ਯਤਨ ਕੀਤਾ ਹੈ, ਹੁਣ ਇਹ ਪੂਰੀ ਸ਼ੁੱਧ ਹੈ ਅਤੇ ਸ਼ੁੱਧ ਚੀਜ਼ ਮਾਲਕ ਦੇ ਦਰ 'ਤੇ ਪ੍ਰਵਾਨ ਹੁੰਦੀ ਹੀ ਹੁੰਦੀ ਹੈ। ਇਸ ਕਰਕੇ ਇਹ ਪ੍ਰਸੰਨਤਾ ਮੇਰੇ ਅੰਦਰ ਹੈ। ਮੈਨੂੰ ਕਿਸੇ ਇਨਸਾਨ ਨੇ ਦੱਸਿਆ, ਮੈਨੂੰ ਬੜਾ ਉਹਦਾ ਵਾਕ ਪ੍ਰਭਾਵਿਤ ਕੀਤਾ। ਕੋਈ ਨੌਜਵਾਨ ਸੀ, ਕਿਤੇ ਕਥਾ ਦੌਰਾਨ ਮਿਲਿਆ ਸੀ, ਤਾਂ ਕਹਿਣ ਲੱਗਾ ਜੀ ਗਿਆਨੀ ਜੀ ਮੇਰੀ ਤੁਹਾਡੀ ਕਥਾ ਸੁਣ ਕੇ ਇੱਕ ਖਿਆਲ ਬਣਿਆ। ਮੈਂ ਕਿਹਾ ਜੀ ਕੀ? ਕਹਿਣ ਲੱਗਾ ਜਿਵੇਂ ਦੀ ਕਥਾ ਮ੍ਰਿਤੂ ਦੀ ਸੁਣੀ ਹੈ ਤਾਂ ਮੈਨੂੰ ਲੱਗਾ ਕਿ ਜੇ ਇਸ ਪਲ ਦੇ ਵਿੱਚ ਵੀ ਜੀਵਨ ਵਿਨਸ ਜਾਵੇ ਤਾਂ ਬੜਾ ਚੰਗਾ ਹੈ। ਮੈਂ ਕਿਹਾ ਕਿਉਂ? ਨੌਜਵਾਨ ਹੈ, ਜਵਾਨੀ ਦੇ ਰਸ ਕਸ ਮਾਣਨ ਦਾ ਸਮਾਂ ਹੈ, ਪਰ ਤੂੰ ਚਾਹੁੰਦਾ ਹੈ ਕਿ ਇਸ ਸਮੇਂ 'ਤੇ ਵੀ ਤੇਰੀ ਜ਼ਿੰਦਗੀ ਵਿਨਸ ਜਾਏ। ਕਹਿੰਦਾ ਘੱਟੋ ਘੱਟ, ਕਹਿੰਦਾ ਕਿਉਂ? ਇਸ ਕਰ ਮੈਂ ਤੇਰਾ ਫੁਰਨਾ ਕਿਉਂ ਬਣੇ ਦਾ ਕਾਰਨ ਕੋਈ ਹੋਏਗਾ। ਕਹਿੰਦਾ ਫੁਰਨਾ ਇਸ ਕਰਕੇ ਹੈ, ਮੈਂ ਕਥਾ ਦੌਰਾਨ ਆਪਣੇ ਸਾਰੇ ਜੀਵਨ 'ਤੇ ਝਾਤ ਮਾਰ ਲਈ। ਤੁਸੀਂ ਕਥਾ ਕਰ ਰਹੇ ਸੀ, ਮੈਂ ਆਪਣੇ ਜੀਵਨ 'ਤੇ ਝਾਤ ਮਾਰ ਰਿਹਾ ਸੀ। ਮੈਂ ਤੁਹਾਡੀ ਕਥਾ ਦੀ ਸਮਾਪਤੀ ਦੇ ਅੰਤ ਤੱਕ ਇੱਥੇ ਪੁੱਜਿਆ ਕਿ ਇੰਨੇ ਜ਼ਿਆਦਾ ਮੇਰੇ ਪਾਪ ਅਜੇ ਤੱਕ ਹੋਏ ਨਹੀਂ। ਇਸ ਕਰਕੇ ਮੈਂ ਬੜਾ ਪਾਪਾਂ ਤੋਂ, ਅਵਗੁਣਾਂ ਤੋਂ, ਗੁਨਾਹਾਂ ਤੋਂ ਅਜੇ ਬਚਿਆ ਹੋਇਆ ਹਾਂ। ਅਤੇ ਜੇ ਇੱਥੇ ਜੀਵਨ ਵਿਨਸ ਜਾਏ ਤਾਂ ਇਹ ਜੀਵਨ ਪ੍ਰਵਾਨ ਚੜ੍ਹ ਜਾਏਗਾ। ਇਹ ਨਾ ਹੋਵੇ ਕਿ ਅੱਗੇ ਜੀਵਨ ਜਿਉਣ ਦੀ ਲਾਲਸਾ ਮੈਨੂੰ ਗੁਨਾਹਾਂ ਐਬਾਂ ਦੇ ਨਾਲ ਭਰ ਦੇ। ਇਸ ਕਰਕੇ ਮ੍ਰਿਤੂ ਦਾ ਇੱਕ ਚਾਅ ਵੀ ਹੁੰਦਾ ਹੈ। ਇਹ ਤਾਂ ਵੱਖਰੀ ਗੱਲ ਹੈ, ਹੁਣ ਸੰਸਾਰ ਕਿਸ ਪੱਧਰ 'ਤੇ ਹੰਡਾਉਂਦਾ ਹੈ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਕਹਿੰਦੇ ਅਜਾ ਭੋਗੰਤ ਕੰਧ ਮੂਲੰ ਬਸੰਤੇ ਸਮੀਪ ਕਹਿ ਰਹੋ। ਜਿਹੜਾ ਇਸੇ ਕਰਕੇ ਹੁਣ ਕਈ ਵਾਰੀ ਮੈਨੂੰ ਬਹੁਤ ਐਸਾ ਨੇ ਕਿਹਾ ਹੈ ਕਿ ਜੇ ਤੁਸੀਂ ਬਹੁਤ ਜ਼ਿਆਦਾ ਇਸ ਤਰ੍ਹਾਂ ਕਰਦੇ ਹੋ, ਮ੍ਰਿਤੂ 'ਤੇ ਜ਼ਿਆਦਾ ਡੈਪਥ ਚਲੇ ਜਾਂਦੇ ਹੋ। ਮੈਂ ਕਿਹਾ ਦਰਅਸਲ ਜ਼ਿੰਦਗੀ ਜਿਉਣ ਦੀ ਸੂਝ ਜਿਹੜੀ ਮ੍ਰਿਤੂ 'ਚੋਂ ਪੈਦਾ ਹੁੰਦੀ ਹੈ ਉਹ ਕਿਤੋਂ ਵੀ ਨਹੀਂ ਪੈਦਾ ਹੁੰਦੀ। ਜਦੋਂ ਦੇਖੀਦਾ ਨਾ ਸੋ ਤਨ ਜਲੈ ਕਾਠ ਕੈ ਸੰਗਾ, ਉਦੋਂ ਪ੍ਰਤੀਤ ਹੁੰਦੀ ਹੈ ਕਿ ਦੇਹ ਕਿੰਨੀ ਅਮੋਲਕ ਹੈ। ਜਦੋਂ ਇੱਕ ਸਵਾਸ ਕਰਕੇ ਜੀਵਨ ਵਿਨਸ ਜਾਂਦਾ ਕਿਸੇ ਦਾ, ਫਿਰ ਪਤਾ ਲੱਗਦਾ ਸਵਾਸ ਦੀ ਕਿੰਨੀ ਕੀਮਤ ਹੈ। ਜਦੋਂ ਆਤਮ ਜੋਤ ਵਿਸਰਨ ਕਰਕੇ ਜਿਉਂਦਾ ਜੀਵਨ ਵੀ, ਚੰਗਾ ਭਲਾ ਜੀਵਨ ਵੀ ਕਿਸੇ ਅਰਥ ਨਹੀਂ ਰਹਿੰਦਾ, ਫਿਰ ਪ੍ਰਤੀਤ ਹੁੰਦੀ ਹੈ ਕਿ ਆਤਮ ਜੋਤ ਕਿੱਡੀ ਵੱਡੀ ਚੀਜ਼ ਹੈ ਇਸ ਸਰੀਰ ਦੇ ਵਿੱਚ। ਤਾਂ ਕਰਕੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਇਸੇ ਪ੍ਰਕਾਰ ਫਰਮਾਉਂਦੇ ਹਨ ਸਤਿਗੁਰੂ ਸਾਹਿਬ ਜੀ, ਤਤਰ ਗਤੇ ਸੰਸਾਰ ਨਾਨਕ ਸੋਗ ਹਰਖੰ ਵਿਆਪਤੇ। ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਇਸੇ ਪ੍ਰਕਾਰ ਜਿਵੇਂ ਬੱਕਰੀ ਪਦਾਰਥ ਖਾਣ ਦੀ ਹੋਈ ਸ਼ੇਰ ਦੇ ਡਰ ਵਿੱਚ ਰਹਿ ਕੇ ਵੱਧ ਫੁੱਲ ਨਹੀਂ ਸਕਦੀ, ਇਸੇ ਪ੍ਰਕਾਰ ਇਸ ਸੰਸਾਰ ਦੇ ਵਿੱਚ ਸੋਗ ਹਰਖ ਵਿਆਪਦੇ ਰਹਿਣਗੇ। ਪਿਛਲਾ ਇੱਕ ਵਾਕਿਆ ਆਪ ਜੀ ਦੇ ਨਾਲ ਸਾਂਝਾ ਕੀਤਾ ਕਿ ਮਹਾਤਮਾ ਨੇ ਕਿਹਾ ਮੇਰਾ ਹੁਣ ਜੀਵਨ, ਹੁਣ ਇਹੀ ਇੱਕ ਸਾਡੇ ਕੋਲ ਕਲਾ ਹੈ ਕਿ ਜੇ ਅਸੀਂ ਜੀਵਨ ਜਿਉਣ ਦੀ ਕਲਾ ਕਰਦੇ ਨਾ, ਜਿਵੇਂ ਅੱਜ ਕਈ ਥਾਵਾਂ 'ਤੇ ਤੁਸੀਂ ਬਾਜ਼ਾਰ 'ਚ ਗੁਜ਼ਰਦੇ ਹੋਗੇ ਤਾਂ ਮੈਂ ਬੜਾ ਹੈਰਾਨ ਹੁੰਦਾ, ਉੱਥੇ ਲਿਖਿਆ ਹੁੰਦਾ ਦਾ ਆਰਟ ਆਫ ਲਿਵਿੰਗ, ਜਿਉਣ ਦੀ ਕਲਾ। ਜਿਉਣ ਦੀ ਕਲਾ ਤਾਂ ਕੁਦਰਤੀ ਮਨੁੱਖ ਨੂੰ ਆ ਹੀ ਜਾਂਦੀ ਹੈ, ਇਹ ਕੋਈ ਬਹੁਤੀ ਸਿਖਾਉਣ ਦੀ ਲੋੜ ਨਹੀਂ ਹੈ। ਮਰਨ ਦੀ ਕਲਾ ਵੱਡੀ ਗੱਲ ਹੈ, ਕਿਉਂਕਿ ਇਸ ਡਰ ਤੋਂ ਮੁਕਤ ਹੋਣਾ ਮਨੁੱਖ ਦੇ ਲਈ ਬੜੀ ਵੱਡੀ ਪੇਚੀਦਗੀ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਤਤਰ ਗਤੇ ਸੰਸਾਰਹੰ, ਜਿੰਨਾ ਚਿਰ ਮਨੁੱਖ ਸੰਸਾਰ ਦੇ ਤਲ 'ਤੇ ਜਿਉਂਦਾ ਹੈ ਉਹਨਾਂ ਚਿਰੇ ਭੈ ਵਿਆਪਦੇ ਰਹਿੰਦੇ ਹਨ। ਉਹਨਾਂ ਚਿਰੇ ਭੈ ਮਨੁੱਖ ਦੇ ਉੱਪਰ ਇੱਕ ਪ੍ਰਕਾਰ ਦਾ ਜਿਹੜਾ ਔਰਾ ਜਿਹਾ ਬਣਿਆ ਰਹਿੰਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੋਗ ਹਰਖੰ ਵਿਆਪਤੇ, ਉਹਨੂੰ ਸਦਾ ਹੀ ਕਦੇ ਹਰਖ ਹੋ ਜਾਂਦਾ, ਖੁਸ਼ੀ ਹੁੰਦੀ ਹੈ, ਕਦੀ ਸੋਗ ਹੁੰਦਾ ਹੈ, ਕਿਉਂਕਿ ਉਹ ਜੀ ਇਸ ਹਾਲਤ 'ਤੇ ਰਿਹਾ ਹੈ। ਤਾਂ ਇਸੇ ਪ੍ਰਕਾਰ ਫਿਰ ਹੁਣ ਇਹਦੇ ਵਿੱਚ ਹੁਣ ਮਨੁੱਖ ਕਹੇਗਾ ਕਿ ਇਸ ਤੋਂ ਫਿਰ ਛੁੱਟਣ ਦਾ ਕੀ ਰਸਤਾ ਹੈ। ਹੁਣ ਇਸੇ ਪ੍ਰਕਾਰ ਫਰੀਦੁਦੀਨ ਅਤਾਰ ਦੇ ਜੀਵਨ ਦੀ ਘਟਨਾ ਹੈ ਕਿ ਜੀਵਨ ਦੀ ਇਤਨੀ ਸੰਭਾਲ ਹੋਵੇ, ਇਤਨੀ ਤਿਆਰੀ ਹੋਵੇ। ਫਰੀਦੁਦੀਨ ਅਤਾਰ ਇਤਰ ਆਦਿਕ ਦਾ ਕਾਰੋਬਾਰ ਕਰਦਾ ਸੀ, ਬਹੁਤ ਵੱਡੀ ਦੁਕਾਨ ਸੀ ਉਹਦੀ। ਇੱਕ ਦਿਨ ਕੋਈ ਪੂਰਨ ਪੁਰਖ ਉਹਦੀ ਦੁਕਾਨ ਦੇ ਸਾਹਮਣੇ ਆਇਆ ਤਾਂ ਉਹ ਆਪਣੇ ਕਾਰੋਬਾਰ 'ਚ ਬੜਾ ਮਸਤ ਸੀ। ਉਹਨੇ 2-3 ਆਵਾਜ਼ਾਂ ਲਗਾਈਆਂ, ਉਹਨੂੰ ਸੁਣੀਆਂ ਨਾ। ਫਰੀਦੁਦੀਨ ਅਤਾਰ ਨੂੰ ਉਹ ਜਿਹੜਾ ਫਕੀਰ ਕਹਿਣ ਲੱਗਾ, ਕਹਿੰਦਾ ਉਹਦੇ ਬਾਅਦ 'ਚ ਉਹ ਚੀਜ਼ਾਂ ਦੇਖਣ ਲੱਗ ਪਿਆ, ਕਹਿੰਦਾ ਇੰਨਾ ਖਲਾਰਾ, ਇੰਨਾ ਖਲਾਰਾ, ਇੰਨਾ ਖਲਾਰਾ। ਉਹਨੇ 3 ਵਾਰੀ ਇਹ ਸ਼ਬਦ ਕਿਹਾ। ਫਰੀਦੁਦੀਨ ਅਤਾਰ ਕਾਹਲਾ ਪੈ ਗਿਆ ਕਿਉਂਕਿ ਦੁਕਾਨਦਾਰ ਸੀ। ਕਹਿਣ ਲੱਗਾ ਕੀ ਤੂੰ ਖਲਾਰਾ ਲਗਾਇਆ ਹੋਇਆ, ਕੰਮ ਦੱਸ ਕੀ ਹੈ ਤੈਨੂੰ? ਕਹਿੰਦਾ ਜੀ ਕੰਮ ਤਾਂ ਕੋਈ ਨਹੀਂ, ਦੇਖ ਰਿਹਾ ਖਲਾਰਾ ਕਿੰਨਾ ਹੈ। ਤਾਂ ਕਹਿਣ ਲੱਗਾ ਕਿ ਖਲਾਰਾ ਕਾਹਦਾ, ਕਾਰੋਬਾਰ ਹੈ ਮੇਰਾ ਇੱਤਰ ਦਾ। ਕਹਿੰਦਾ ਉਹੀ ਤਾਂ ਦੇਖ ਰਿਹਾ ਕਿ ਇੰਨਾ ਜ਼ਿਆਦਾ ਖੁੱਭਿਆ ਹੋਇਆ, ਮੇਰੀ 3 ਵਾਰੀ ਆਵਾਜ਼ ਤੈਨੂੰ ਸੁਣਾਈ ਨਹੀਂ ਦਿੱਤੀ, ਤਾਂ ਮੈਂ ਹੁਣ ਇਹ ਸੋਚ ਰਿਹਾ ਕਿ ਖਲਾਰਾ ਸਮੇਟੇਂਗਾ ਕਿਵੇਂ। ਫਰੀਦੁਦੀਨ ਅਤਾਰ ਕਾਹਲੀ 'ਚ ਸੀ,
ਕਹਿੰਦਾ ਜਿਵੇਂ ਤੂੰ ਸਮੇਟੇਂਗਾ ਉਵੇਂ ਮੈਂ ਸਮੇਟ ਲਾਂਗਾ, ਐਡੀ ਕਿਹੜੀ ਗੱਲ ਹੈ। ਕਹਿੰਦਾ ਅੱਛਾ ਇੰਨੀ ਤਿਆਰੀ ਹੈ ਤੇਰੀ? ਕਹਿੰਦਾ ਹਾਂ। ਕਹਿੰਦਾ ਠੀਕ ਹੈ। ਉਨ ਮਹਾਤਮਾ ਨੇ, ਉਸ ਪੂਰਨ ਪੁਰਖ ਨੇ ਅੱਲਾਹ ਤਾਲਾ ਦਾ ਨਾਮ ਲਿਆ, ਚਾਦਰ ਲੈ ਕੇ ਆਪਣੇ ਉੱਪਰ ਲੇਟਿਆ, 1-2 ਮਿੰਟ ਦੇ ਵਿੱਚ ਸਵਾਸ ਤਿਆਗ ਦਿੱਤੇ। ਜਦੋਂ ਫਰੀਦੁੱਦੀਨ ਅਤਾਰ ਨੇ ਦੇਖਿਆ ਕਿ ਇੰਨੇ ਸਹਿਜ ਦੇ ਨਾਲ, ਇੰਨੇ ਆਰਾਮ ਦੇ ਨਾਲ, ਇੰਨੀ ਜਲਦੀ ਨਾਲ ਦੇਹ ਤਿਆਗ ਗਿਆ, ਉਹਦੇ ਮਨ 'ਚ ਵੈਰਾਗ ਆ ਗਿਆ। ਫਿਰ ਆਪਣਾ ਸਾਰਾ ਕਾਰੋਬਾਰ ਛੱਡ ਕੇ ਉਹ ਬੜਾ ਵੱਡਾ ਸੂਫੀ ਫਕੀਰ ਹੋਇਆ। ਤਾਂ ਉਹਦੀ ਬਹੁਤ ਵੱਡੀ ਕਿਤਾਬ ਹੈ ਦਾ ਕਾਨਫਰੰਸ ਆਫ ਬਰਡਜ਼, ਮਤਲਬ ਪੰਛੀਆਂ ਦੀ ਗੱਲਬਾਤ ਦੇ ਨਾਲ ਉਹਨੇ ਅਧਿਆਤਮਿਕ ਭੇਦ ਸਮਝਾਏ ਨੇ। ਸੂਫੀਆਂ ਦੇ ਵਿੱਚ ਬੜੀ ਵੱਡੀ ਕਿਤਾਬ ਮੰਨੀ ਜਾਂਦੀ ਹੈ। ਤਾਂ ਗੱਲ ਕੀ ਹੈ ਕਿ ਜੀਵਨ ਜਿਉਣ ਦੀ, ਮੈਂ ਤਾਂ ਆਪ ਜਿਤਨੇ ਹੁਣ ਜ਼ਿੰਦਗੀ 'ਚ ਉਂਝ ਤਾਂ ਠੀਕ ਹੈ ਕਿ ਕਥਾ ਇੱਕ ਨੁਕਤੇ ਤੋਂ ਕਿਰਤ ਵੀ ਹੈ, ਪਰ ਇੱਕ ਨੁਕਤੇ ਤੋਂ ਆਤਮ ਦੇ ਅਨੁਭਵ ਮਾਨਣ ਦੇ ਵਿੱਚ ਵੀ ਬੜੀ ਸਹਾਇਕ ਹੁੰਦੀ ਹੈ। ਉਦਾਹਰਨ ਦੇ ਤੌਰ 'ਤੇ ਮੇਰੇ ਪਾਸ ਜ਼ਿੰਦਗੀ ਦੀ ਕੋਈ ਬਹੁਤੀ ਸੰਪत्ति ਹੈ ਨਹੀਂ, ਕੋਈ ਕਿਸੇ ਤਰ੍ਹਾਂ ਦੀ ਪੁਸਤਕਾਂ ਆਦਿਕ ਦੀ ਸੰਪत्ति ਹੈ। ਤਾਂ ਕਿਸੇ ਸਮੇਂ ਉਹਨਾਂ ਦਾ ਮਾਣ ਹੁੰਦਾ ਸੀ ਕਿ ਆਪਣੀਆਂ ਨੇ, ਬਹੁਤ ਜ਼ਿਆਦਾ ਨੇ ਔਰ ਬਹੁਤ ਕੀਮਤੀ ਨੇ, ਕੋਲ ਨੇ। ਥੋੜ੍ਹਾ ਜਿਹਾ ਮਨ 'ਚ ਹੁੰਦਾ ਸੀ ਵੀ ਇੰਨਾ ਕੁਝ ਹੈ। ਤਾਂ ਮੇਰੇ ਨਿਕਟ ਹੀ ਮੇਰਾ ਕੋਈ ਸੰਗੀ ਚੱਲ ਵਸਿਆ। ਤਾਂ ਜਦੋਂ ਚੱਲ ਵਸਿਆ ਤਾਂ ਉਹਨਾਂ ਦੇ ਪਰਿਵਾਰ ਨੇ ਉਹਦੇ ਜਾਣ ਤੋਂ 2-3 ਮਹੀਨੇ ਬਾਅਦ ਮੇਰੇ ਨਾਲ ਸੰਪਰਕ ਕੀਤਾ ਜੀ ਕਿ ਉਹਨਾਂ ਦੀਆਂ ਕਿਤਾਬਾਂ ਰਹਿ ਗਈਆਂ ਨੇ ਅਤੇ ਰਾਤ ਨੂੰ ਸਾਡੇ ਸੁਪਨੇ 'ਚ ਆ ਕੇ ਡਰਾਉਂਦੇ ਨੇ। ਤਾਂ ਤੁਸੀਂ ਇਸ ਤਰ੍ਹਾਂ ਕਰੋ, ਇਹਨਾਂ ਦੀ ਕਿਤਾਬਾਂ ਲੈ ਜਾਓ, ਤੁਸੀਂ ਪੜ੍ਹਨ ਲਿਖਣ ਦਾ ਕੰਮ ਕਰਦੇ ਹੋ ਤਾਂ ਤੁਹਾਡੇ ਕੰਮ ਆਉਣਗੇ। ਜਦੋਂ ਮੈਂ ਕਿਤਾਬਾਂ ਲੈ ਕੇ ਪੈਕ ਕਰਕੇ ਚੱਲਣ ਲੱਗਾ, ਪਰਿਵਾਰ ਦੇ ਮੁਖੀ ਨੇ ਕਿਹਾ, ਕਹਿੰਦਾ ਪਾਠ ਕਰਕੇ ਅਰਦਾਸ ਕਰਕੇ ਜਾਓ ਕਿ ਰਾਤ ਸਾਡੇ ਸੁਪਨੇ 'ਚ ਨਾ ਆਉਣ। ਹੁਣ ਆਪ ਜੀ ਕਹੋਗੇ ਗੱਲ ਭਰਮ ਹੋਏਗੀ। ਮੈਂ ਇਹਦਾ ਸਿੱਟਾ ਇਹ ਕੱਢਿਆ ਕਿ ਉਹ ਵੀ ਇਨਸਾਨ ਸਦਾ ਹੀ ਕਿਤਾਬਾਂ, ਮੇਰੀ ਕਿਤਾਬ ਨੂੰ ਕੋਈ ਹੱਥ ਨਾ ਲਾਵੇ, ਇਹ ਕਿਤਾਬ ਕਿਸੇ ਦੀ ਹੋ ਨਹੀਂ ਸਕਦੀ, ਮੈਂ ਦੇਣੀ ਨਹੀਂ, ਇਸ ਤਰ੍ਹਾਂ ਦਾ ਉਹਦਾ ਸੁਭਾਅ ਸੀ। ਮੈਂ ਖੁਦ ਇੱਕ ਵਾਰੀ ਲੈਣ ਗਿਆ, ਉਹਨੇ ਇਨਕਾਰ ਕਰ ਦਿੱਤਾ ਸੀ। ਫਿਰ ਮੈਨੂੰ ਇੱਕ ਪਾਸੇ ਤਾਂ ਮੈਂ ਉਹਦੀਆਂ ਕਿਤਾਬਾਂ ਲਿਆ ਰਿਹਾ ਸੀ, ਦੂਜੇ ਪਾਸੇ ਮੇਰੇ ਮਨ 'ਚ ਇਹ ਵੀ ਅਹੰਕਾਰ ਵਿਨਸ ਰਿਹਾ ਸੀ, ਪਰਾਨੀ ਕਿਆ ਮੇਰਾ ਕਿਆ ਤੇਰਾ, ਕਿ ਇਹਦੀ ਵਾਸਨਾ ਰਹਿ ਗਈ ਇਹਨਾਂ ਪੁਸਤਕਾਂ ਦੇ ਵਿੱਚ। ਉਹੀ ਵਾਸਨਾ ਜਿਹੜੀ ਭਿਅੰਕਰ ਰੂਪ ਕਰਕੇ ਇਸ ਪਰਿਵਾਰ ਦੇ ਸੁਪਨਿਆਂ ਦਾ ਹਿੱਸਾ ਬਣ ਕੇ ਇਹਨਾਂ ਨੂੰ ਭੈਭੀਤ ਕਰ ਰਹੀ ਹੈ। ਜੇ ਮੇਰਾ ਆਕਰਸ਼ਣ ਮੇਰੀ ਲਾਇਬ੍ਰੇਰੀ ਦੇ ਨਾਲ ਜੁੜਿਆ ਰਿਹਾ ਤਾਂ ਜੀਵਨ ਮੇਰੇ ਦਾ ਵੀ ਸੰਕਟ ਬਣੇਗਾ। ਇਸ ਕਰਕੇ ਜਾਗਣ ਦੀ ਕਲਾ ਹੈ। ਇਸੇ ਕਰਕੇ ਜਾਗਣ ਦਾ ਨਾਮ ਸਵੇਰਾ ਤਾਂ ਕਿਹਾ ਜਾਂਦਾ ਹੈ ਕਿ ਜਦੋਂ ਸਵੇਰ ਚੜ੍ਹ ਜਾਂਦੀ ਹੈ ਸਾਰਾ ਕੁਝ ਦਿਖਦਾ ਹੈ। ਜਦੋਂ ਗੁਰੂ ਦੇ ਆਤਮ ਗਿਆਨ ਦਾ ਪ੍ਰਕਾਸ਼ ਬੁੱਧੀ ਅੰਦਰ ਉਜਵਲ ਹੋ ਜਾਂਦਾ ਹੈ, ਫਿਰ ਸਭ ਪਤਾ ਲੱਗਦਾ ਕਿ ਜੀਵਨ ਕਿੰਨਾ ਕੁ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਤਤਰ ਗਤੇ ਸੰਸਾਰਹ ਨਾਨਕ ਸੋਗ ਹਰਖੰ ਵਿਆਪਤੇ। ਹੁਣ ਦੂਜੀ ਗੱਲ ਹੈ ਕਿ ਇਹਦੇ ਤੋਂ ਹੁਣ ਇਹ ਇੱਕ ਨੁਕਤਾ ਹੈ। ਹੁਣ ਕਦੀ ਆਪ ਜੀ ਨੇ ਦੇਖਿਆ ਹੋਏਗਾ ਜਦ ਸ਼ਿਕਾਰੀ ਸ਼ੇਰ ਕਈ ਜਾਨਵਰਾਂ ਦਾ ਸ਼ਿਕਾਰ ਕਰਦਾ ਹੈ ਤਾਂ ਕਈ ਵਾਰੀ ਬਹੁਤ ਛੋਟੇ ਜਾਨਵਰ ਉਹਨੂੰ ਡਿਫੀਟ ਕਰ ਦਿੰਦੇ ਨੇ, ਹਰਾ ਦਿੰਦੇ ਨੇ, ਉਹਨੂੰ ਪਛਾੜ ਦਿੰਦੇ ਨੇ। ਉਹ ਕਿਵੇਂ ਪਛਾੜ ਦਿੰਦੇ ਨੇ? ਮੈਂ ਕਿਸੇ ਦਫਾ ਕੁਝ ਇਸ ਤਰ੍ਹਾਂ ਦਾ ਦ੍ਰਿਸ਼ ਦੇਖਿਆ ਸੀ ਕਿ ਕੋਈ ਬਹੁਤ ਛੋਟਾ ਜਿਹਾ ਜਾਨਵਰ ਸੀ ਤਾਂ ਸ਼ੇਰ ਉਹਦੇ ਉੱਪਰ ਹਿੰਸਕ ਹੋਇਆ ਤਾਂ ਉਹਨੇ ਇਸ ਤਰ੍ਹਾਂ ਦਾ ਦੁਪਰਤਮਾ ਵਾਰ ਕੀਤਾ ਕਿ ਸ਼ੇਰ ਨੂੰ ਵਾਪਸ ਮੁੜਨਾ ਪਿਆ। ਹੁਣ ਉਹ ਜੇ ਤਾਂ ਅਸੀਂ ਆਪਣੀ ਹਸਤੀ ਵਾਚੀਏ ਕਿ ਸਾਡੀ ਹਸਤੀ ਕਾਲ ਸਾਹਮਣੇ ਕੀ ਹੈ, ਅਸੀਂ ਤਾਂ ਕੁਝ ਵੀ ਨਹੀਂ ਕਰ ਸਕਦੇ, ਪਰ ਸਾਡੇ ਅੰਦਰ ਇੱਕ ਅੰਸ਼ ਹੈ ਜਿਹਦੇ ਨਾਲ ਕਾਲ ਦੀ ਮਾਰ ਸਾਡੇ ਉੱਪਰ ਆਸਾਨ ਸਹਿਲੀ ਹੋ ਸਕਦੀ ਹੈ ਅਤੇ ਉਹਨੂੰ ਝੱਲਣ ਦੀ ਸਾਡੇ ਪਾਸ ਸਮਰੱਥਾ ਹੋ ਸਕਦੀ ਹੈ। ਉਹ ਹੈ ਨਿਰਭੈਤਾ। ਆਪਣੇ ਅੰਦਰ ਨਿਰਭੈਤਾ ਅਤੇ ਸੂਰਵੀਰਤਾ ਪੈਦਾ ਕਰ ਲਈ ਜਾਵੇ। ਹੁਣ ਕਈ ਐਸੇ ਮਨੁੱਖ ਨੇ ਜਿਹੜੇ ਬੜੇ ਵੱਡੇ ਬਘਿਆੜਾਂ ਦੇ ਨਾਲ ਵੀ ਲੜ ਲੈਂਦੇ ਨੇ, ਹੈ ਮਨੁੱਖ ਨੇ, ਪਰ ਗੱਲ ਕੀ ਹੈ ਕਿ ਸਰੀਰ ਵੀ ਛੋਟਾ ਹੈ ਪਰ ਰੂਹਾਨੀ ਤੌਰ 'ਤੇ, ਮਾਨਸਿਕ ਤੌਰ 'ਤੇ ਬਲ ਇਤਨਾ ਵੱਡਾ ਹੋ ਗਿਆ ਕਿ ਸ਼ੇਰ ਦੀ ਮਾਰ, ਸ਼ੇਰ ਦਾ ਜਬਾੜਾ, ਉਹਦੀ ਹੁੰਕਾਰ ਉਹਨਾਂ ਨੂੰ ਡਰਾਉਂਦੀ ਨਹੀਂ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਕਿ ਜਦੋਂ ਗੁਰੂ ਸ਼ਬਦ ਨਾਲ ਮਨੁੱਖ ਜੁੜਦਾ ਹੈ ਤਾਂ ਉਹਦੇ ਮਨ ਦੇ ਵਿੱਚ ਆਤਮਿਕ ਬਲ ਪੈਦਾ ਹੁੰਦਾ ਹੈ। ਫਿਰ ਉਹ ਸੋਗ ਹਰਖ ਤੋਂ ਉੱਪਰ ਉੱਠਦਾ ਹੈ। ਫਿਰ ਉਹਦਾ ਇਸ ਕਰਕੇ ਗੁਰਬਾਣੀ 'ਚ ਵਾਕ ਹੁੰਦਾ, ਗੁਰ ਕੈ ਸ਼ਬਦ ਹੈ ਜੇ ਮਰੈ। ਇਸੇ ਪ੍ਰਕਾਰ ਮੈਂ ਆਪ ਜੀ ਦੇ ਨਾਲ ਅਨੁਭਵ ਸਾਂਝਾ ਕਰਦਾ ਕਿ ਜਿਹੜਾ ਬੰਦਾ ਸਿਮਰਨ ਅਭਿਆਸ ਵਿੱਚ ਪਿਆ ਹੁੰਦਾ, ਜਦੋਂ ਉਹਦੀ ਸਾਧਨਾ ਬੜੀ ਉਚੇਰੀ ਚਲੀ ਜਾਂਦੀ ਹੈ, ਬੜੀ ਉਚੇਰੀ ਚਲੀ ਜਾਂਦੀ ਹੈ, ਤਾਂ ਇੱਕ ਸਮਾਂ ਉਹਦੇ ਦੇਹ ਦੇ ਉੱਪਰ, ਜਿਹਨੂੰ ਦੇਹ ਟਰਾਂਸਫੋਰਮੇਸ਼ਨ ਕਿਹਾ ਜਾਂਦਾ, ਐਸਾ ਵਾਪਰਦਾ ਹੈ ਕਿ ਉਹਨੂੰ ਇਉਂ ਲੱਗਦਾ ਹੈ ਕਿ ਬਸ ਜੇ ਪਲ ਹੋਰ 2 ਮਿੰਟ ਵਾਹਿਗੁਰੂ ਕਹਿ ਲਿਆ ਤਾਂ ਮੌਤ ਹੋ ਜਾਏਗੀ। ਬਸ ਐਸਾ ਲੱਗਦਾ, ਦੇਹ ਛੁਟਕਣ ਲੱਗਦੀ ਹੈ। ਉਸ ਸਮੇਂ ਦੇ ਵਿੱਚ ਬੜੇ ਸਤਸੰਗੀ ਐਸਾ ਅਭਿਆਸ ਛੱਡ ਬੈਂਦੇ ਨੇ, ਅਤੇ ਜਿਹੜੇ ਛੱਡ ਬੈਂਦੇ ਨੇ ਮੁੜ ਕੇ ਉਹਨਾਂ ਦੀ ਤਮਾਮ ਜ਼ਿੰਦਗੀ ਇੱਕ ਖਾਸ ਤਰ੍ਹਾਂ ਦੀ ਉਦਾਸੀ ਦੇ ਨਾਲ, ਇੱਕ ਖਾਸ ਤਰ੍ਹਾਂ ਦੀ ਚਿੰਤਾ ਦੇ ਨਾਲ ਬਤੀਤ ਹੁੰਦੀ। ਪਰ ਜੇ ਉਹ ਦੇਹ ਟਰਾਂਸਫੋਰਮੇਸ਼ਨ ਦਾ ਸਿਲਸਿਲਾ ਪੂਰਾ ਕਰ ਜਾਏ, ਫਿਰ ਉਸ ਤੋਂ ਬਾਅਦ ਕਾਲ ਦਾ ਡਰ ਕਿਸੇ ਵੀ ਅਵਸਥਾ 'ਤੇ ਆ ਕੇ ਵਿਆਪੇ,
ਉਹ ਕਾਲ ਦਾ ਡਰ ਉਸ ਤਰ੍ਹਾਂ ਦਾ ਨਹੀਂ ਰਹਿੰਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਤਤਰ ਗਤੇ ਸੰਸਾਰਹ ਨਾਨਕ ਸੋਗ ਹਰਖੰ ਵਿਆਪਤੇ। ਜਿੰਨਾ ਚਿਰ ਸੰਸਾਰ ਦੇ ਤਲ 'ਤੇ ਮਨੁੱਖ ਜੀਏਗਾ ਸੋਗ ਹਰਖ ਵਿਆਪਦੇ ਰਹਿਣਗੇ। ਸੰਸਾਰ ਦੇ ਤਲ ਤੋਂ ਉੱਪਰ ਉੱਠਣ ਦੀ ਗੱਲ ਹੈ। ਹੁਣ ਮਨੁੱਖ ਕਹੇਗਾ ਕਿ ਹੁਣ ਜੇ ਸੰਸਾਰ ਦੇ ਤਲ ਤੋਂ ਉੱਪਰ ਉੱਠ ਗਏ ਫਿਰ ਪਰਿਵਾਰ ਦੀ ਪਰਵਰਿਸ਼ ਕਿਵੇਂ ਕਰੀਏ? ਪਰਿਵਾਰ ਸਾਰੀਆਂ ਚੀਜ਼ਾਂ ਦੀ ਮੰਗ ਕਰਦਾ ਹੈ, ਆਪਣਾ ਵੀ ਮਨ ਮੰਗ ਕਰਦਾ, ਤਾਂ ਫਿਰ ਕਿਵੇਂ ਜੀਵੀਏ? ਦਰਅਸਲ ਗੱਲ ਇਹ ਅੰਦਰੂਨੀ ਜਾਗਣ ਦੀ ਜ਼ਰੂਰਤ ਹੈ। ਅੰਦਰੂਨੀ ਜਾਗਣ ਦੀ ਇਹਨੂੰ ਹੋਰ ਸਰਲ ਜਿਹੇ ਨੁਕਤੇ ਨਾਲ ਆਪਦੇ ਸਨਮੁਖ ਰੱਖਾਂ। ਜਿਵੇਂ ਉਦਾਹਰਨ ਦੇ ਤੌਰ 'ਤੇ ਕਿ ਕਿਸੇ ਇਨਸਾਨ ਨਾਲ ਸਾਡਾ ਵਾਹ ਬਸਤਾ ਹੁੰਦਾ ਹੈ, ਅਸੀਂ ਉਹਦੇ ਨਾਲ ਸਾਰਾ ਜ਼ਿੰਦਗੀ ਵਿਵਹਾਰ ਕਰਦੇ ਹਾਂ, ਤਾਂ ਕਿਸੇ ਸਮੇਂ 'ਤੇ ਆ ਕੇ ਸਾਨੂੰ ਕਿਰਦਾਰ ਦੇ ਪੱਧਰ 'ਤੇ ਕੋਈ ਉਹਦਾ ਔਗਣ ਪਤਾ ਲੱਗ ਜਾਏ, ਬਹੁਤ ਵੱਡਾ ਔਗਣ ਪਤਾ ਲੱਗ ਜਾਏ। ਇੱਕ ਪਾਸੇ ਉਹਦੇ ਕਿਰਦਾਰ ਦਾ ਔਗਣ ਹੈ, ਦੂਜੇ ਪਾਸੇ ਉਹਦਾ ਸਾਡੇ ਨਾਲ ਵਰਤੋਂ ਵਿਵਹਾਰ ਹੈ, ਪ੍ਰੇਮ ਹੈ, ਸਨੇਹ ਹੈ। ਫਿਰ ਮਨੁੱਖ ਕੀ ਕਰਦਾ ਹੈ? ਫਿਰ ਤਵਾਜ਼ਨ ਬਣਾਉਂਦਾ ਹੈ। ਉਹਨੂੰ ਪਤਾ ਪਿਛਲੇ 25 ਸਾਲ ਦੀ ਸਾਂਝ ਚੱਲੀ ਆ ਰਹੀ ਹੈ, ਔਗਣ ਤਾਂ ਅੱਜ ਪਤਾ ਲੱਗੇ। ਫਿਰ ਉਹ ਕੀ ਕਰਦਾ ਹੈ? ਔਗਣ ਨੂੰ ਆਪਣੇ ਦਿਲ 'ਚ ਨਹੀਂ ਆਉਣ ਦਿੰਦਾ, ਨਾ ਜ਼ੁਬਾਨ 'ਤੇ ਆਉਣ ਦਿੰਦਾ, ਨਾ ਉਹੋ ਜਿਹਾ ਵਿਵਹਾਰ ਕਰਦਾ ਹੈ, ਪਰ ਉਹਦੀ ਸਿਮਰਤੀ 'ਚ ਉਹ ਗੱਲ ਪਈ ਰਹਿੰਦੀ ਹੈ ਕਿ ਇਹਦੇ ਅੰਦਰ ਇਹ ਔਗਣ ਹੈ। ਤਾਂ ਇਸੇ ਪ੍ਰਕਾਰ ਜੀਵਨ ਜੀਵੋ ਬਾਹਰੀ ਤੌਰ 'ਤੇ ਜੀਵਨ ਦੇ ਵਿੱਚ ਸਮੁੱਚਾ ਨਿਭ ਜਾਓ, ਪਰ ਅੰਤਰ-ਆਤਮੇ ਦੇ ਵਿੱਚ ਇਹ ਗੱਲ ਦ੍ਰਿੜ ਰੱਖੋ ਕਿ ਮੈਂ ਕਿਸੇ ਦਿਨ ਕਿਤੇ ਲਿਖਿਆ ਸੀ ਕਿ ਹੁਣ ਕਿਤੇ ਵੀ ਮਨੁੱਖ ਜਾਂਦਾ ਨਾ, ਤਾਂ ਬਾਜ਼ਾਰ ਜਾਣਾ ਹੋਵੇ ਤਾਂ ਜੀ ਕੋਈ ਨਾਲ ਪੁੱਛਦਾ ਪਰਿਵਾਰ ਵਾਲੇ ਨੂੰ, ਤੂੰ ਜਾਣਾ ਚਾਹੁੰਦਾ ਨਾਲ ਕਿ ਨਹੀਂ? ਕਿਤੇ ਘੁੰਮਣ ਜਾਣਾ ਹੋਵੇ, ਆ ਦੇਖੀ ਦਾ ਮੈਂ ਸੈਰ ਕਰਨ ਦੇਖਦਾ ਬਹੁਤ ਸਾਰੇ ਲੋਕ ਆਉਂਦੇ ਨੇ, ਕੋਈ ਨਹੀਂ ਇਕੱਲਾ ਹੁੰਦਾ, 2 3 4 ਆਉਂਦੇ ਨੇ। ਤਾਂ ਉਹ ਆਪਣੇ ਆਪ 'ਚ ਹੀ ਗਿਆਨ ਹੈ ਕਿ ਮਨੁੱਖ ਕਿਤੇ ਵੀ ਇਕੱਲਾ ਨਹੀਂ ਜਾਣਾ ਚਾਹੁੰਦਾ। ਤਾਂ ਮੈਂ ਕਿਹਾ ਜੀਵਨ ਦਾ ਪਹਿਲਾ ਗਿਆਨ ਤਾਂ ਇੱਥੇ ਪਿਆ ਹੋਇਆ ਸੀ ਕਿ ਇਕੱਲੇ ਆਏ ਹਾਂ, ਇਕੱਲੇ ਜਾਵਾਂਗੇ। ਮਸਲਾ ਕੀ ਹੈ ਕਿ ਗਿਆਨ ਨੂੰ ਜਦੋਂ ਮਨੁੱਖ ਜਿਉਣਾ ਛੱਡ ਦਿੰਦਾ ਉਦੋਂ ਜੀਵਨ ਦੁੱਖਦਾਈ ਬਣਨ ਲੱਗ ਪੈਂਦਾ। ਮੈਨੂੰ ਇੱਕ ਬਹੁਤ ਦਿਨ ਹੋ ਗਏ ਇਸ ਸ਼ਲੋਕ ਦੇ ਅਰਥ ਸਮਝਦਿਆਂ ਨੂੰ ਕਿ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਯਤਨ ਬਹੁਤ ਸੁੱਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ। ਵੀ ਕੋਈ ਹੈਗਾ ਜਿਹੜਾ ਦੁੱਖ ਲਈ ਵੀ ਯਤਨ ਕਰਦਾ ਹੋਵੇ? ਇਸ ਸ਼ਲੋਕ ਦੇ ਅਰਥ ਮੇਰੀ ਪਕੜ 'ਚ ਨਹੀਂ ਅਜੇ ਆ ਰਹੇ, ਮੈਂ ਸਪਸ਼ਟ ਕਹਿ ਦਿੰਦਾ ਕੋਈ ਐਸੀ ਗੱਲ ਨਹੀਂ ਹੈ। ਪਰ ਜੇ ਇਸ ਨੂੰ ਸਮਝ ਆ ਗਿਆ ਤਾਂ ਪਤਾ ਲੱਗੇਗਾ ਕਿ ਇਹਦੇ ਵਿੱਚ ਵੀ ਕੋਈ ਰੂਹਾਨੀ ਰਮਝ ਪਈ ਹੋਈ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੋਗ ਹਰਖੰ ਵਿਆਪਤੇ, ਜੀਵਨ ਦੇ ਵਿੱਚ ਵਿਆਪਦਾ ਰਹੇਗਾ ਜਿੰਨਾ ਚਿਰ ਜੀਵਨ ਸੰਸਾਰ ਦੇ ਤਲ 'ਤੇ ਜੁੜਿਆ ਰਹੇਗਾ, ਸੰਸਾਰ ਦੇ ਤਲ 'ਤੇ ਪਛੇਮਾਨ ਹੁੰਦੇ ਰਹਾਂਗੇ। ਸੋ ਅੱਜ ਦੇ ਪਾਵਨ ਸ਼ਲੋਕ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਆਤਮ ਗਿਆਨ ਦ੍ਰਿੜ ਕਰਵਾਇਆ ਹੈ। ਸਤਿਗੁਰੂ ਕਿਰਪਾ ਕਰਨ ਸਾਡੇ ਜੀਵਨ ਦਾ ਆਤਮ ਕਰਮ ਦਾ ਅਮਲ ਬਣੇ, ਜੀਵਨ ਨੂੰ ਸਾਰੇ ਪੱਖਾਂ ਕਰਕੇ। ਇਸ ਕਰਕੇ ਇੱਕ ਈਰਾਨ ਦਾ ਕਵੀ ਹੋਇਆ ਨਾਜ਼ਮ ਹਿਕਮਤ, ਉਹਨੇ ਜੀਵਨ ਦੇ ਉੱਪਰ ਬੜੀ ਵੱਡੀ ਇੱਕ ਕਵਿਤਾ ਲਿਖੀ ਹੈ। ਉਹਦੇ ਵਿੱਚ ਉਹ ਕਵਿਤਾ ਦਾ ਤੱਤ ਸਾਰ ਇਹ ਹੈ ਕਿ ਜਿੰਨਾ ਚਿਰ ਜੀਵਨ ਦੀ ਪਛਾਣ ਨਹੀਂ ਹੈ ਉਹਨਾਂ ਚਿਰ ਤੁਸੀਂ ਕਹਿ ਨਹੀਂ ਸਕਦੇ ਕਿ ਜੀਵਨ ਜੀਵਿਆ ਕਿ ਜਾਂ ਜੀਵਨ ਨੂੰ ਮਾਣਿਆ। ਕੁਝ ਵੀ ਨਹੀਂ ਕਹਿ ਸਕਦੇ ਜਿੰਨਾ ਚਿਰ ਜੀਵਨ ਦੀ ਪਛਾਣ ਨਹੀਂ ਹੈ। ਅਤੇ ਅੱਜ ਦੇ ਸ਼ਲੋਕ ਦੁਆਰਾ ਗੁਰੂ ਸਾਹਿਬ ਜੀ ਨੇ ਕਿਹਾ ਕਿ ਇਸੇ ਪ੍ਰਕਾਰ ਕਿ ਕਾਲ ਹੇਰੀ ਫਿਰੈ ਬਦਕ ਜਿਉ ਕਹੋ ਕਵਨ ਬਿਦ ਕੀਜੈ। ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮੈਨੂੰ ਯਾਦ ਹੈ ਕਿਸੇ ਅਨੁਭਵੀ ਗੁਰਸਿੱਖ ਨੇ ਕਿਹਾ ਸੀ, ਕਹਿੰਦਾ ਕਿ ਜ਼ਿੰਦਗੀ ਦੇ ਵਿੱਚ ਕਈ ਦਫਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਨਿਤਨੇਮ ਕਰਨਾ ਚਾਹੀਦਾ। ਕਈ ਦਫਾ ਮਤਲਬ 59 ਸ਼ਬਦ ਨੇ, 57 ਸ਼ਲੋਕ ਨੇ। ਮੈਂ ਕਦੀ ਕਿਉਂ ਕਰਨਾ ਚਾਹੀਦਾ? ਕਹਿੰਦੇ ਉਹਦੇ ਨਾਲ ਜਿਹੜਾ ਗਿਆਨ, ਆਤਮ ਗਿਆਨ ਦੇ ਅੰਦਰ ਜਿਹੜਾ ਮ੍ਰਿਤੂਪਤੀ ਉਪਦੇਸ਼ ਹੈ, ਨਿਰਭੈ ਹੋਣ ਦੀ ਗੱਲ ਹੈ, ਉਹ ਦ੍ਰਿੜ ਰਹਿੰਦੀ ਹੈ। ਕਿਉਂਕਿ ਹੁਣ ਕਹਿੰਦਾ, ਮੈਂ ਕਿਹਾ ਜੀ ਇਹਦਾ ਕੋਈ ਪ੍ਰਮਾਣ ਦਿਓ, ਮੈਂ ਕਿਵੇਂ ਮੰਨ ਲਾਂ ਵੀ ਬੰਦਾ ਦ੍ਰਿੜ ਰਹਿੰਦਾ? ਤਾਂ ਕਹਿੰਦਾ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਚਨਾ ਤੋਂ ਬਾਣੀ ਉਚਾਰਨ ਹੋਈ ਹੈ। ਉਹੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਹਨ ਜਿਨ੍ਹਾਂ ਨੂੰ ਪਤਾ ਹੈ ਕਿ ਦਿੱਲੀ ਦੇ ਚਾਂਦਨੀ ਚੌਂਕ 'ਤੇ ਜਾਣਾ ਹੈ, ਸਿਰ ਦੇ ਉੱਪਰ ਤਲਵਾਰ ਚੱਲਣੀ ਹੈ, ਕਲਮ ਹੋ ਜਾਣੀ ਹੈ, ਸਿਰ ਕਲਮ ਹੋ ਜਾਣਾ। ਕਹਿੰਦੇ ਨਿਰਭੈਤਾ ਗੁਰ ਸ਼ਬਦ ਵਿੱਚੋਂ ਉਹਨਾਂ ਨੇ ਗ੍ਰਹਿਣ ਕੀਤੀ ਅਤੇ ਗੁਰ ਸ਼ਬਦ ਵਿੱਚੋਂ ਹੀ ਅਸੀਂ ਕਮਾਉਣੀ ਹੈ। ਇਸ ਕਰਕੇ ਕਹਿੰਦਾ ਇਹਦਾ ਆਧਾਰ ਬਣਾ। ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਵਾਕ ਨੇ, ਰੇ ਨਰ ਇਹ ਸਾਚੀ ਜੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਾ ਬਾਰ। ਵੀ ਧਾਰ ਕੇ ਰੱਖ, ਇਹ ਨਹੀਂ ਵੀ ਉਹ ਰੋਜ਼ ਮਿੰਟ ਬਾਅਦ ਜ਼ੁਬਾਨ 'ਤੇ ਕਹੀਦਾ ਵੀ ਮੌਤ ਆਣੀ ਮੌਤ ਆਣੀ, ਅੰਦਰ ਧਾਰ ਕੇ ਰੱਖ। ਜਿਵੇਂ ਉਦਾਹਰਨ ਦੇ ਤੌਰ 'ਤੇ ਅਸੀਂ ਜਦੋਂ ਕੋਈ ਟੀਚਾ ਪ੍ਰਾਪਤ ਕਰਨਾ ਹੁੰਦਾ ਹੈ, ਕੋਈ ਬਹੁਤ ਵੱਡਾ ਦੁਨਿਆਵੀ ਰੁਤਬਾ ਪ੍ਰਾਪਤ ਕਰਨਾ ਹੁੰਦਾ ਹੈ, ਅਤੇ ਸਾਨੂੰ ਐਥਿਕਸ ਦੇ ਨੁਕਤੇ ਤੋਂ ਇਹ ਸਮਝਾਇਆ ਜਾਂਦਾ ਕਿ ਆਪਣਾ ਜਿਹੜਾ ਏਮ ਹੈ ਕਿਸੇ ਨਾਲ ਸਾਂਝਾ ਨਾ ਕਰੋ, ਕਿਉਂਕਿ ਜਦੋਂ ਸਾਂਝਾ ਕਰੋਗੇ ਤੁਹਾਡੀ ਕੰਸਨਟਰੇਸ਼ਨ ਘਟੇਗੀ, ਤੁਹਾਡੇ ਵਿੱਚ ਉਹ ਅਗਲਾ ਕੋਈ ਅੜਚਨ ਵੀ ਪਾ ਸਕਦਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਆਪਣੇ ਦ੍ਰਿੜ ਅੰਦਰ ਇਹ ਗੱਲ ਧਾਰ ਕੇ ਰੱਖ ਕੇ ਜੀਵਨ ਇਸ ਤਰ੍ਹਾਂ ਜਿਉਣਾ, ਇਸ ਪੈਮਾਨੇ 'ਤੇ ਜਿਉਣਾ ਤਾਂ ਕਿ ਜੀਵਨ ਜਿਉਣ ਦੀ ਸੋਝੀ ਆ ਸਕੇ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਤਤਰ ਗਤੇ ਸੰਸਾਰ ਨਾਨਕ
ਸੋਗ ਹਰਖੰ ਵਿਆਪਤੇ। ਇਹ ਸਾਰੇ ਪੱਧਰ ਇੱਕ ਦੂਜੇ ਦੇ ਰੂਪ ਕਰਕੇ ਵਿਆਪਦੇ ਰਹਿੰਦੇ ਹਨ, ਪਰ ਸਤ ਸੰਗਤ ਇਹਨਾਂ ਤੋਂ ਚੇਰੀ ਹੈ। ਹੁਣ ਦੂਜੀ ਗੱਲ ਇਹਦਾ ਵਿਚਲਾ ਹੀ ਨੁਕਤਾ ਹੈ, ਇੱਕ ਦਿਨ ਦੇ ਨਾਲ ਇਹ ਗੱਲ ਨਾ ਦ੍ਰਿੜ ਹੋਣੀ ਹੈ, ਨਾ ਸਮਝ ਆਉਣੀ ਹੈ, ਅਤੇ ਨਾ ਇਹ ਅਪਣਾਈ ਜਾਣੀ ਹੈ। ਹੁਣ ਕਈ ਮਨੁੱਖ ਕਹਿੰਦੇ ਨੇ ਜੀ ਇੱਕ ਦਿਨ ਨਾਲ ਵੀ ਹੋ ਸਕਦਾ ਉਧਾਰ, ਜ਼ਿੰਦਗੀ ਲੱਗਦੀ ਘੱਟੋ ਘੱਟ ਸਾਲ ਤਾਂ ਮੇਰੇ ਹਿਸਾਬ ਨਾਲ ਲੱਗਦਾ ਹੀ ਹੈ। ਜੇ ਬੰਦਾ ਸਤ ਸੰਗਤ ਵੀ ਰੋਜ਼ਾਨਾ ਕਰੇ ਤਾਂ ਸਾਲ ਕੁ ਤੋਂ ਬਾਅਦ ਗੱਲ ਦ੍ਰਿੜ ਹੁੰਦੀ ਹੈ ਥੋੜ੍ਹੀ ਜਿਹੀ, ਫਿਰ ਬੰਦਾ ਸਹਿਮਤੀ ਨਾਲ ਮਤਲਬ ਚੱਲਣ ਲੱਗ ਪੈਂਦਾ, ਉਹਨੂੰ ਜੀਵਨ ਦੀ ਪ੍ਰਤੀਤ ਆਉਣ ਲੱਗ ਪੈਂਦੀ ਹੈ। ਗੁਰੂ ਕਿਰਪਾ ਕਰੇ ਪਾਵਨ ਸ਼ਲੋਕ ਦਾ ਭਾਵ ਉਪਦੇਸ਼ ਸਾਡੇ ਹਿਰਦਿਆਂ ਦੇ ਅੰਦਰ ਵਸ ਜਾਏ। ਪਹਿਲਾਂ ਕਾਲ ਦੇ ਡਰ ਤੋਂ ਸੁਚੇਤ ਹੋਈਏ, ਫਿਰ ਗੁਰੂ ਸ਼ਬਦ ਦੀ ਸਾਧਨਾ ਦੇ ਨਾਲ ਕਾਲ ਦੇ ਡਰ ਤੋਂ ਮੁਕਤ ਹੋਣ ਦਾ ਯਤਨ ਕਰੀਏ, ਤਾਂ ਕਿ ਸਾਡਾ ਸਾਰਿਆਂ ਦਾ ਜੀਵਨ ਸਹਿਲਾ ਹੋ ਸਕੇ। ਭਾਵੇਂ ਲੜੀਵਾਰ ਬਾਣੀ ਦੀ ਆਪ ਜੀ ਦੇ ਨਾਲ ਵਿਆਖਿਆ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਦੀ ਸਤਿਗੁਰੂ ਕਿਰਪਾ ਕਰਨ ਪਾਵਨ ਉਪਦੇਸ਼ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਜੀ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।